ਹੁਣ ਤਾਂ ਜਿਹੜੀਆਂ ਹੋਰ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਤੋਂ 2 ਗੈਂਗਸਟਰ ਫੜ ਲਏ, ਕਿਤੋਂ 3 ਫੜ ਲਏ, ਕਿਤੋਂ 5 ਫੜ ਲਏ, ਤਾਂ ਫੜ ਕੇ ਅੱਡੋ ਅੱਡ ਰੱਖਿਆ ਗਿਆ। ਬਹੁਤ ਸਾਰੀਆਂ ਪੁੱਛਗਿੱਛ ਜਿਹੜੀਆਂ ਨੇ ਹੋਈਆਂ ਨੇ, ਪਰ ਹੁਣ ਜਿਹੜੇ ਨੇ ਦੀਪਕ ਟੰਟੀ ਨੂੰ ਉਹ ਤਾਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੀ ਹੋ ਗਏ ਨੇ। तो हुण एक गल समझ नहीं लग रही या गल कह लो भी हजम नहीं हो रही साडे भी एक इन्ना खतरनाक मुजरम होवे उहनूं सिर्फ एक पुलिस ऑफिसर जिहड़ा वो कल्ला ही लैके जा रहा बिना हथकड़ी तो एनकाउंटर करन दे मकसद दे नाल पुलिस ने दीपक टीनू नूं फरार कराया। अपन शर्त लाउणा मैं भाई उस तो पैसे खा गए है और पैसे भी कितना कहंदे आ थोड़ा नहीं है, बहुत ज्यादा पैसे ले उसों और उसनूं भजा दिता। ਹੁਣ ਜਿਹੜੀਆਂ ਆਹ ਸਰਕਾਰ ਆਈ ਆਪ ਭਗਵੰਤ ਮਾਨ ਦੀ ਵੀ ਜਿਹੜੇ ਆਹ 73 ਲੀਡਰ ਬਾਹਰ ਹੋ ਗਏ ਕਾਂਗਰਸ ਦੇ ਜਾਂ ਭਾਵੇਂ ਅਕਾਲੀਆਂ ਦੇ ਕਹੋ ਭਾਜਪਾ ਦੇ, ਮੇਰਾ ਖਿਆਲ ਉਹਨਾਂ ਨੂੰ ਹਜਮ ਨਹੀਂ ਆ ਰਿਹਾ ਕਿਉਂਕਿ ਜਿਹੜੇ ਗੈਂਗਸਟਰ ਨੇ ਉਹ ਸੈਂਟਰ ਦੇ ਲਾੜਲੇ ਨੇ। ਹੁਣ ਜ਼ਿਆਦਾ ਕੋਟਾ ਦੇ ਡਰੱਗ ਆ ਸਕਦੀ ਹੈ, ਐਮਪੀ ਤੋਂ ਬਣ ਕੇ ਪਿਸਟਲ ਆ ਸਕਦੇ ਨੇ, ਦਿੱਲੀ ਤੋਂ ਨਸ਼ਾ ਆ ਸਕਦਾ, ਫਿਰ ਉਹਨਾਂ ਨੂੰ ਗੈਂਗਸਟਰ ਭਜਾਉਣਾ ਕਿੰਨੀ ਵੱਡੀ ਗੱਲ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਹ ਦਲੀਲ ਦਿੰਦੀ ਹੁੰਦੀ ਸੀ, ਹੁਣ ਵੀ ਦਿੰਦੀ ਹੈ ਕਿ ਉੱਥੇ ਜੀ ਪੂਰਨ ਤੌਰ ਤੇ ਸਾਡੀ ਸਰਕਾਰ ਨਹੀਂ ਹੈ, ਐਲਜੀ ਦਾ ਕੰਟਰੋਲ ਹੈ। ਕੋਈ ਇੱਥੇ ਜੇ ਪੱਤਰ ਫੜ ਲੈਣ ਉਹ 4 ਬੰਦੇ ਭੇਜ ਦਿੰਦੀ ਹੈ ਤਰੀਕ ਤੇ, ਇਹਨੂੰ ਕੱਲੇ ਲੈ ਕੇ ਰੁਪਿਆ ਉੱਥੇ ਉੱਡੀ ਹੋ ਕੇ ਬੰਦਾ ਹੈ ਨਹੀਂ ਉਹ ਸੀਏ ਸਾਹਿਬ ਦੇ ਥੱਲੇ। ਜਿਹੜੇ ਮੋਦੀ ਨੇ ਗੁਜਰਾਤ ਵਿੱਚ ਬਹੁਤ ਤਰੱਕੀ ਕੀਤੀ ਹੈ, ਬੁਲਟ ਟ੍ਰੇਨ ਚਲਾਈ ਹੈ, ਮੈਟਰੋ ਚਲਾਈ ਹੈ, ਪੰਜਾਬ में ਮੈਟਰੋ ਕਬਾਈ। ਬੇਸਿਕਲੀ ਜਦੋਂ 1984 ਦਾ ਜ਼ਿਕਰ ਹੁੰਦਾ ਤਾਂ ਦਿੱਲੀ ਦਾ ਹੀ ਜ਼ਿਕਰ ਹੁੰਦਾ ਕਿ ਦਿੱਲੀ 'ਚ ਸਿੱਖਾਂ ਨੂੰ ਮਾਰਿਆ ਗਿਆ ਸੀ, ਟੌਰਚਰ ਕੀਤਾ ਗਿਆ ਸੀ, ਰੇਪ ਮਾਸ ਰੇਪ ਹੋਏ ਸੀਗੇ। ਪਰ ਦਿੱਲੀ ਨਹੀਂ, ਦਿੱਲੀ ਤੋਂ ਇਲਾਵਾ ਬੜੇ ਸ਼ਹਿਰ ਨੇ ਇਹੋ ਜਿਹੇ ਜਿਹੜੇ ਜਿਵੇਂ ਕਾਨਪੁਰ ਹੋ ਗਿਆ, ਲਖਨਊ ਹੋ ਗਿਆ, ਭੋਪਾਲ ਹੋ ਗਿਆ, ਇੰਦੌਰ ਹੋ ਗਿਆ, ਬੜੇ ਸ਼ਹਿਰ ਨੇ ਇੱਦਾਂ ਦੇ ਜਿੱਥੇ ਬਹੁਤ ਕੁਛ ਟ੍ਰੇਨਾਂ 'ਚੋਂ ਕੱਢ ਕੇ ਜਿਹੜਾ ਉਹਨਾਂ ਨੂੰ ਮਾਰਿਆ ਗਿਆ, ਜਲਾਇਆ ਗਿਆ। ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਕਿਤੇ ਨਾ ਕਿਤੇ ਉਹ ਸੈਂਟਰ ਦੇ ਜਾਂ ਸਟੇਟ ਦੇ ਦਬਾਅ ਹੇਠ ਹੀ ਬਣਾਈਆਂ ਜਾਂਦੀਆਂ। ਪੰਡਤ ਨਹਿਰੂ ਤੇ ਇੰਨਾ ਹੰਕਾਰਿਆ ਗਿਆ ਸੀ ਨਾ ਕਿ ਉਹ ਤੇ ਜ਼ਮੀਨ ਤੇ ਤੁਰਦਾ ਨਹੀਂ ਸੀ, ਉਹ ਤੇ ਅਸਮਾਨ ਤੇ ਉੱਡਿਆ ਫਿਰਦਾ ਸੀ। ਉਹਦੇ ਚਾਈਨਾ ਨੇ ਹਮਲਾ ਕੀਤਾ ਤੇ ਉਹ ਜ਼ਮੀਨ ਤੇ ਆਇਆ ਤੇ ਜੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ। ਅਸੀਂ ਲੈ ਕੇ ਆਉਂਦੇ ਹਾਂ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਤੇਰੀ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਸਿੱਧਾ ਰਾਬਤਾ ਬਣਾਉਣਾ ਜੀ ਚੰਡੀਗੜ੍ਹ ਸਟੂਡੀਓ ਦੇ ਵਿੱਚ। ਪਹਿਲਾ ਨੰਬਰ ਹੈਗਾ 888-923-2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਇਸ ਨੰਬਰ ਤੇ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਦੂਜਾ ਨੰਬਰ ਰੱਖਿਆ ਹੋਇਆ, ਉਹ ਹੈਗਾ ਜੀ 88-725 ਤੇ 88-835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਵੱਡੀ ਖਬਰ ਹੁੰਦੀ ਹੈ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਨਾਲ ਦੀ ਨਾਲ ਤੁਹਾਡਾ ਖਬਰਾਂ ਦੇ ਪ੍ਰਤੀ ਕੋਈ ਸਵਾਲ ਹੁੰਦਾ ਜਾਂ ਕੋਈ ਸੁਝਾਅ ਹੁੰਦਾ, ਉਹ ਵੀ ਤੁਸੀਂ ਸਾਡੇ ਨਾਲ ਗੱਲਬਾਤ ਦੇ ਜ਼ਰੀਏ ਕਰ ਸਕਦੇ ਹੋ। ਸੋ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੇ ਸਵਾਗਤ तमाम ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਔਰ ਅੱਜ ਦੀਆਂ ਅਹਿਮ ਸੁਰਖੀਆਂ ਦੇ ਉੱਪਰ, ਅਹਿਮ ਖਬਰਾਂ ਦੇ ਉੱਪਰ ਗੱਲਬਾਤ ਚਰਚਾ ਕਰਾਂਗੇ। ਉਹ ਵੀ ਆਪਣੀ ਜਿਹੜੀ ਹੈ ਰਾਏ ਫੋਨ ਜ਼ਰੀਏ ਰੱਖ ਸਕਦੇ ਜੀ, ਬਿਲਕੁਲ। ਤੇ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ, ਪਰ ਉਸ ਤੋਂ ਪਹਿਲਾਂ ਜੋ ਮੈਂ ਅਕਸਰ ਬੇਨਤੀ ਕਰਦੀ ਹਾਂ ਕਿ ਜਦੋਂ ਵੀ ਕਾਲ ਕਰਨੀ ਹੈ ਕਿਰਪਾ ਕਰਕੇ 30 ਸੈਕਿੰਡ ਦੇ ਅੰਦਰ ਆਪਣੀ ਗੱਲ ਨੂੰ ਖਤਮ ਕਰ ਲਿਆ ਕਰੋ। ਤੇ ਉਸ ਤੋਂ ਅਗਲੀ ਗੱਲ ਜਦੋਂ ਆਪਾਂ ਫੋਨ ਤੇ ਗੱਲ ਕਰਦੇ ਹਾਂ ਤਾਂ ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦਿਆ ਕਰੋ ਤਾਂ ਕਿ ਆਪਣੀ ਗੱਲਬਾਤ ਹੈ ਜਿਹੜੀ ਉਹ ਪ੍ਰੋਪਰ ਹੋ ਸਕੇ। ਬਸ ਇਹ 2 ਬੇਨਤੀਆਂ ਨੇ ਜਿਨ੍ਹਾਂ ਨੂੰ ਸਵੀਕਾਰ ਹੈ ਜਿਹੜਾ ਜ਼ਰੂਰ ਕੀਤਾ ਜਾਵੇ। ਸੋ ਅੱਜ ਦੀ ਪਹਿਲੀ ਖਬਰ ਤੇ ਅਹਿਮ ਖਬਰ, ਸਭ ਤੋਂ ਪਹਿਲਾਂ ਅਕਸਰ ਅਸੀਂ ਗੱਲਾਂ ਕਰਦੇ ਹਾਂ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਬੇਹੱਦ ਡਾਵਾਡੋਲ ਹੋਈ ਪਈ ਹੈ। ਅੱਜ ਦੀ ਨਹੀਂ, ਸਾਲ ਦੀ ਨਹੀਂ, 2 ਸਾਲਾਂ ਦੀ ਨਹੀਂ, ਤਕਰੀਬਨ ਇਹੀ ਹਾਲ ਹੈ ਜਿਹੜਾ ਉਹ ਚੱਲਦਾ ਆਇਆ। ਸਾਰੀਆਂ ਸਰਕਾਰਾਂ ਨੂੰ ਹੀ ਅਸੀਂ ਦੋਸ਼ ਦਿੰਦੇ ਆਏ ਹਾਂ ਕਿ ਕੁਝ ਵੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ, ਹਾਲਾਤ ਬਦ ਤੋਂ ਬੱਤਰ ਹੋ ਰਹੇ ਨੇ। ਬਹੁਤ ਸਾਰੇ ਕਤਲ ਹੋਏ ਨੇ, ਕਤਲ ਦੇ ਪਿੱਛੇ ਹੱਥ ਕਿਸ ਦਾ, ਇਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਤਾਂ ਮੇਰੀਆਂ ਗੱਲਾਂ ਤੋਂ ਸ਼ਾਇਦ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਕਿ ਮੈਂ ਗੱਲ ਕਰ ਰਹੀ ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ, ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਕਤਲ ਹੋਏ ਨੂੰ 3 ਮਹੀਨੇ ਹੋ ਚੱਲੇ ਨੇ, ਪਰ ਹਾਲੇ ਤੱਕ
ਅਸਲ ਸਾਜ਼ਿਸ਼ ਘੜਤਾ ਜਾਂ ਕੌਣ ਉਹ ਇਨਸਾਨ ਹੈ ਜਿਸ ਨੇ ਕਤਲ ਕਰਾਇਆ ਜਾਂ ਫਿਰ ਉਸ ਦੇ ਪਿੱਛੇ ਰੰਜਿਸ਼ ਕੀ ਸੀ, ਕਿਸ ਕਰਕੇ ਇਹ ਕਤਲ ਹੋਇਆ, ਉਸ ਦਾ ਪਤਾ ਨਹੀਂ ਲੱਗ ਸਕਿਆ। ਪਰ ਹੁਣ ਤਾਂ ਜਿਹੜੀਆਂ ਹੋਰੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਤੋਂ 2 ਗੈਂਗਸਟਰ ਫੜ ਲਏ, ਕਿਤੋਂ 3 ਫੜ ਲਏ, ਕਿਤੋਂ 5 ਫੜ ਲਏ, ਤਾਂ ਫੜ ਕੇ ਅੱਡੋ ਅੱਡ ਰੱਖਿਆ ਗਿਆ। ਬਹੁਤ ਸਾਰੀਆਂ ਪੁੱਛਗਿੱਛ ਜਿਹੜੀਆਂ ਨੇ ਹੋਈਆਂ ਨੇ, ਪਰ ਹੁਣ ਜਿਹੜੇ ਨੇ ਦੀਪਕ ਟੀਨੂ ਉਹ ਤਾਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੀ ਹੋ ਗਏ ਨੇ, ਜੋ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਬਹੁਤ ਵੱਡੀ ਗੱਲ ਆਉਂਦੀ ਹੈ ਕਿ ਕਿਸੇ ਗੈਂਗਸਟਰ ਦਾ ਇਸ ਤਰੀਕੇ ਦਾ ਪੁਲਿਸ ਨੂੰ ਚਕਮਾ ਦੇ ਕੇ ਭੱਜ ਜਾਣਾ ਜਾਂ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਛੁੱਟ ਜਾਣਾ ਜਾਂ ਫਿਰ ਉਹਨੂੰ ਛੱਡਿਆ ਜਾਣਾ। ਬਹੁਤ ਸਾਰੇ ਸਵਾਲ ਨੇ ਜੋ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ, ਬਹੁਤ ਸਾਰੇ ਸਵਾਲ ਨੇ ਜੋ ਲੋਕ ਸਰਕਾਰ ਨੂੰ ਕਰ ਰਹੇ ਨੇ, ਪ੍ਰਸ਼ਾਸਨ ਨੂੰ ਕਰ ਰਹੇ ਨੇ, ਇੱਕ ਦੂਜੇ ਨੂੰ ਕਰ ਰਹੇ ਨੇ ਕਿ ਆਈ ਕਿਵੇਂ ਹੋ ਗਿਆ। ਵੈਸੇ ਤਾਂ ਜਿਹੜੇ ਪੁਲਿਸ ਵਾਲੇ ਨੇ ਚਿੜੀ ਪਰਿੰਦਾ ਨਹੀਂ ਫਰਕਣ ਦਿੰਦੇ। ਇੱਕ ਕੈਦੀ ਉਹਨਾਂ ਦੀ ਗ੍ਰਿਫਤ ਤੋਂ ਛੁੱਟ ਗਿਆ ਤਾਂ ਛੁੱਟ ਕਿਵੇਂ ਗਿਆ, ਤੇ ਉਹ ਵੀ ਜਿਹੜਾ ਇੰਨੇ ਵੱਡੇ ਕੇਸ ਦੇ ਵਿੱਚ ਜਿਸ ਦੀ ਇਨਵੋਲਵਮੈਂਟ ਹੋਈ ਹੋਵੇ, ਜਿਸ ਨੂੰ ਕਪੂਰਥਲੇ ਤੋਂ ਮਾਨਸਾ ਲਿਆਂਦਾ ਗਿਆ ਹੋਵੇ, ਤਾਂ ਕਿਸ ਤਰੀਕੇ ਦੀ ਉਸਦੀ ਘੇਰਾਬੰਦੀ ਹੋਵੇਗੀ, ਕਿਸ ਤਰੀਕੇ ਦੇ ਨਾਲ ਉਸਨੂੰ ਰੱਖਿਆ ਗਿਆ ਹੋਏਗਾ, ਜਾਂ ਫਿਰ ਇੱਕ ਪਲਾਨ ਦੇ ਤਹਿਤ ਹੀ ਹੋਇਆ ਹੋਏਗਾ ਕਿ ਉੱਥੇ ਲਿਜਾਇਆ ਜਾਏਗਾ ਤੇ ਤੁਸੀਂ ਚਕਮਾ ਦੇ ਕੇ ਕਦੋਂ ਵੀ ਫਰਾਰ ਹੋ ਸਕਦੇ ਹੋ, ਕੋਈ ਤੁਹਾਨੂੰ ਕੁਝ ਨਹੀਂ ਕਹੇਗਾ। ਸੋ ਬਹੁਤ ਸਾਰੀਆਂ ਗੱਲਾਂ ਨੇ ਜੋ ਨਿਕਲ ਕੇ ਬਾਹਰ ਆ ਰਹੀਆਂ ਨੇ। ਇਸ ਸਾਰੀ ਖਬਰ ਤੇ ਆਪਾਂ ਵਧਾਂਗੇ ਬਲਦੀਪ ਜੀ ਵੱਲ। ਬਲਦੀਪ ਜੀ, ਤੁਹਾਡਾ ਕੀ ਕਹਿਣਾ? ਦੀਪ, ਕੱਲ ਜਦੋਂ ਆਪਾਂ ਸ਼ੋਅ ਕਰ ਰਹੇ ਸੀ ਬੀਤੇ ਕੱਲ, ਤਾਂ ਸ਼ੋਅ ਕਰਨ ਤੋਂ ਬਾਅਦ ਹੀ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ। ਹਾਲਾਂਕਿ ਜੋ ਫਰਾਰ ਹੋਇਆ ਦੀਪਕ ਟੀਨੂ, ਉਹ ਸ਼ਨੀਵਾਰ ਦੀ ਰਾਤ 11 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਫਰਾਰ ਹੋਇਆ ਹੈਗਾ। ਔਰ ਤੁਸੀਂ ਇਹ ਦੇਖੋ ਕਿ CIA ਸਟਾਫ ਦਾ ਜੋ ਇੰਚਾਰਜ ਹੈ ਉਹ ਇਕੱਲਾ ਹੀ ਆਪਣੀ ਨਿੱਜੀ ਗੱਡੀ ਦੇ ਵਿੱਚ ਜਿਹੜਾ ਉਸ ਗੈਂਗਸਟਰ ਨੂੰ ਲੈ ਕੇ ਜਾ ਰਿਹਾ ਸੰਗਰੂਰ ਤੋਂ ਸਰਦੂਲਗੜ੍ਹ। ਉੱਥੇ ਦਰਅਸਲ ਆਪਾਂ ਪੂਰਾ ਮਾਮਲਾ ਸਮਝ ਲੈਂਦੇ ਹਾਂ। ਦੀਪਕ ਟੀਨੂ ਹੈ ਜਿਹੜਾ, ਉਹ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿੱਚ ਉਸਦੇ ਤਾਰ ਜੁੜਦੇ ਨੇ। ਲਾਰੈਂਸ ਬਿਸ਼ਨੋਈ ਹੈ ਜਿਹੜਾ ਉਸਦਾ ਕਰੀਬੀ ਦੱਸਿਆ ਜਾਂਦਾ। ਇੱਥੋਂ ਤੱਕ ਕਿ ਕਿਹਾ ਜਾਂਦਾ ਕਿ ਲਾਰੈਂਸ ਗੈਂਗ ਨੂੰ ਫਾਈਨਾਂਸ ਕਰਨ ਦਾ ਕੰਮ ਹੈ ਜਿਹੜਾ ਉਹ ਦੀਪਕ ਟੀਨੂ ਕਰਦਾ ਸੀ। ਇੱਥੋਂ ਤੱਕ ਤਾਰਾਂ ਇਹਨਾਂ ਦੀਆਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿੱਚ ਵੀ ਇਸ ਦਾ ਨਾਮ ਚਰਚਾ ਦੇ ਵਿੱਚ ਰਿਹਾ ਹੈਗਾ। ਸਰਦੂਲਗੜ੍ਹ ਦੇ ਵਿੱਚ ਇੱਕ ਹੋਰ ਕਿਸੇ ਮਾਮਲੇ ਦੇ ਵਿੱਚ ਇਸ ਤੋਂ ਇੰਟੈਰੋਗੇਸ਼ਨ ਕੀਤੀ ਜਾਣੀ ਸੀ, ਪੁੱਛ ਪੜਤਾਲ ਕੀਤੀ ਜਾਣੀ ਸੀ। ਉਸ ਨੂੰ ਲੈ ਕੇ ਜਿਹੜਾ ਸੰਗਰੂਰ CIA ਸਟਾਫ ਹੈਗਾ ਉੱਥੋਂ ਸਰਦੂਲਗੜ੍ਹ ਲੈ ਕੇ ਜਾਣਾ ਸੀ। ਤਾਂ ਉਹ ਜਿਹੜਾ ਇੱਕ ਹੀ ਇੰਚਾਰਜ ਜਿਹੜਾ ਪੁਲਿਸ ਆਫਿਸਰ ਹੈ, ਸਿਰਫ ਉਹੀ ਲੈ ਕੇ ਗਿਆ ਤੇ ਦੱਸਿਆ ਜਾ ਰਿਹਾ ਕਿ ਹੱਥਕੜੀਆਂ ਵੀ ਨਹੀਂ ਸੀ ਲਾਈਆਂ ਔਰ ਗੱਡੀ ਦੇ ਵਿੱਚ ਲੈ ਕੇ ਗਏ ਨੇ। ਇੱਥੋਂ ਤੱਕ ਵੀ ਗੱਲਾਂ ਹੈਗੀਆਂ ਨੇ ਕਿ ਫੋਨ ਚਲਾਉਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਖੈਰ ਚਲੋ, ਇੰਟੈਰੋਗੇਸ਼ਨ ਦਾ ਪਾਰਟ ਹੈ, ਹੁਣ ਪਤਾ ਲੱਗੇਗਾ ਕਿ ਕੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ। ਪਰ ਪਹਿਲੀ ਜੋ ਇਨਫੋਰਮੇਸ਼ਨ ਆ ਉਹ ਇਹ ਹੈਗੀ ਹੈ। ਤੋ ਉੱਥੋਂ ਜਿਹੜਾ ਉਹ ਵਿਅਕਤੀ ਜਿਹੜਾ ਟੀਨੂ ਹੈਗਾ ਗੈਂਗਸਟਰ ਫਰਾਰ ਹੋ ਜਾਂਦਾ। ਹੁਣ ਸਵਾਲ ਇਹ ਹੈ ਕਿ ਉਹ ਕਿੰਨਾ ਕੁ ਖਤਰਨਾਕ ਗੈਂਗਸਟਰ ਹੈ। ਦੇਖੋ ਨਵਦੀਪ, ਉਹਦੇ ਉੱਪਰ 34 ਮਾਮਲੇ ਦਰਜ ਨੇ, ਜਿਸ ਦੇ ਵਿੱਚੋਂ ਧਾਰਾ 302 ਕਤਲ ਦੇ ਮਾਮਲੇ ਦੀ ਗੱਲ ਕਰੀਏ ਤਾਂ 10 ਕਤਲ ਦੇ ਮਾਮਲੇ ਦਰਜ ਨੇ, 14 ਇਰਾਦਤਨ ਕਤਲ ਦੇ ਮਾਮਲੇ ਦਰਜ ਨੇ, ਅਟੈਂਪਟ ਟੂ ਮਰਡਰ ਜਿਹਨੂੰ ਆਪਾਂ ਕਹਿੰਦੇ ਆ। 307 ਦੀ ਧਾਰਾ ਦੇ ਤਹਿਤ 14 ਉਹ ਮਾਮਲੇ ਦਰਜ ਨੇ ਤੇ 10 ਵੱਖ-ਵੱਖ ਹੋਰ ਧਾਰਾਵਾਂ ਜਿਹੜੀਆਂ ਲੱਗੀਆਂ ਹੋਈਆਂ ਨੇ। 34 ਮਾਮਲੇ ਦਰਜ ਨੇ ਟੋਟਲ। ਇਹ ਕੈਟਾਗਰੀ ਦਾ ਉਹ ਗੈਂਗਸਟਰ ਹੈ। ਔਰ ਤੁਸੀਂ ਇਹ ਦੇਖੋ ਵੀ ਪ੍ਰਸ਼ਾਸਨ ਦੇ ਉੱਪਰ ਕਿਸ ਤਰੀਕੇ ਦਾ ਸਵਾਲ ਨਾ ਉੱਠੇ। ਬਲਕੌਰ ਸਿੰਘ ਸਿੱਧੂ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ, ਉਹ ਪਿਛਲੇ ਦਿਨੀ ਇਹੀ ਗੱਲ ਕਹਿੰਦੇ ਰਹੇ ਕਿ ਗੈਂਗਸਟਰਾਂ ਨੂੰ ਜਿਹੜੀ ਆ ਬਹੁਤ ਹਾਈ ਸਿਕਿਉਰਿਟੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈਗੀ ਆ, ਬਖਤਰਬੰਦ ਗੱਡੀਆਂ ਦੇ ਵਿੱਚ ਲਿਜਾਇਆ ਜਾ ਰਿਹਾ। ਆਪਾਂ ਮੀਡੀਆ 'ਚ ਰਿਪੋਰਟ ਕਰਦੇ ਰਹੇ ਹਾਂ ਨਵਦੀਪ ਕਿ ਜਦੋਂ ਵੀ ਕਿਤੇ ਪੇਸ਼ੀ ਹੁੰਦੀ ਸੀ ਲਾਰੈਂਸ ਬਿਸ਼ਨੋਈ ਦੀ ਜਾਂ ਹੋਰ ਕਿਸੇ ਗੈਂਗਸਟਰ ਦੀ, ਤਾਂ ਬਖਤਰਬੰਦ ਗੱਡੀਆਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਸੀਗਾ। ਇੱਕ ਪੂਰੀ ਦੀ ਪੂਰੀ ਕਹਿ ਲਓ ਕਿ ਪੁਲਿਸ ਫੋਰਸ ਜਿਹੜੀ ਉੱਥੇ ਤੈਨਾਤ ਹੁੰਦੀ ਸੀ। ਵੱਡੇ ਅਫਸਰ SSP DSP ਲੈਵਲ ਦੇ ਅਫਸਰ ਉਹਨਾਂ ਨਾਲ ਮੌਜੂਦ ਹੁੰਦੇ ਸੀ। ਪਰ ਤੁਸੀਂ ਦੇਖੋ ਵੀ ਕਿੰਨੀ ਅਣਗਹਿਲੀ ਹੈ ਪੁਲਿਸ ਪ੍ਰਸ਼ਾਸਨ ਦੀ ਵੀ ਇੱਕ ਇਹ ਕੈਟਾਗਰੀ ਦਾ ਗੈਂਗਸਟਰ ਜਿਹਦੇ ਉੱਪਰ 34 ਮਾਮਲੇ ਦਰਜ ਨੇ। ਔਰ ਇੱਥੋਂ ਤੱਕ ਨਹੀਂ ਨਵਦੀਪ, ਉਹ ਪਹਿਲਾਂ ਵੀ 2017 ਦੇ ਵਿੱਚ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਸੀ। ਇਹ ਗੱਲ ਵੀ ਸਮਝਣ ਵਾਲੀ ਆ। ਪੰਚਕੂਲਾ ਦੇ ਵਿੱਚ ਜਿਹੜਾ ਉਸ ਵੇਲੇ 2017 ਦੀ ਘਟਨਾ ਹੈਗੀ ਆ, ਜੂਨ ਮਹੀਨੇ ਦੀ, ਉਸ ਵੇਲੇ ਮੇਰੇ ਖਿਆਲ ਸ਼ਾਇਦ ਉਹ ਅੰਬਾਲਾ ਜੇਲ੍ਹ ਦੇ ਵਿੱਚ ਕੈਦ ਸੀਗਾ ਔਰ ਪੰਚਕੂਲਾ ਉਹਨੂੰ ਕੋਈ ਮੈਡੀਕਲ ਚੈੱਕਅਪ ਦੇ ਲਈ ਲੈ ਕੇ ਆਏ ਸੀ ਪੰਚਕੂਲਾ ਦੇ ਹਸਪੀਟਲ ਦੇ ਵਿੱਚ। ਉੱਥੇ ਉਹ ਜਿਹੜਾ ਪੁਲਿਸ ਮੁਲਾਜ਼ਮ ਸੀ ਉਹਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਫਰਾਰ ਹੋ ਗਿਆ ਸੀ ਦੀਪਕ ਟੀਨੂ।
ਸੋ ਇਹ ਦੂਜੀ ਘਟਨਾ ਹੈਗੀ ਆ। ਇੱਕ ਐਡਾ ਸੰਗੀਨ ਮੁਲਜ਼ਮ ਹੋਵੇ, ਇੰਨਾ ਖਤਰਨਾਕ ਮੁਲਜ਼ਮ ਹੋਵੇ, ਪਹਿਲਾਂ ਵੀ ਉਹ ਭੱਜਣ ਦੇ ਵਿੱਚ ਕਾਮਯਾਬ ਰਿਹਾ ਹੋਵੇ, ਤਾਂ ਹੁਣ ਇਹ ਗੱਲ ਸਮਝ ਨਹੀਂ ਲੱਗ ਰਹੀ, ਜਾਂ ਗੱਲ ਕਹਿ ਲਓ ਵੀ ਹਜਮ ਨਹੀਂ ਹੋ ਰਹੀ ਸਾਡੇ, ਵੀ ਇੱਕ ਇੰਨਾ ਖਤਰਨਾਕ ਮੁਜਰਮ ਹੋਵੇ, ਉਹਨੂੰ ਸਿਰਫ ਇੱਕ ਪੁਲਿਸ ਆਫੀਸਰ ਜਿਹੜਾ ਉਹ ਇਕੱਲਾ ਹੀ ਲੈ ਕੇ ਜਾ ਰਿਹਾ ਬਿਨਾਂ ਹੱਥਕੜੀ ਤੋਂ, ਰਾਤ ਦੇ 11 ਵਜੇ ਦੀ ਗੱਲ ਹੋਵੇ। ਇਹ ਗੱਲ ਸਮਝ ਨਹੀਂ ਲੱਗਦੀ ਵੀ ਇਹ ਕਿਵੇਂ ਇਹ ਕੀਤਾ ਗਿਆ ਸਾਰਾ ਕੁਛ। ਕੀ ਉਹ ਜਿਹੜਾ ਦੀਪਕ ਟੀਨੂ ਸੀ, ਕਿਉਂਕਿ ਹੁਣ ਸਵਾਲ ਉੱਠਣੇ ਸ਼ੁਰੂ ਹੋਏ ਨੇ ਨਵਦੀਪ, ਵਿਰੋਧੀ ਪਾਰਟੀਆਂ ਦਾ ਕੰਮ ਹੈ ਸਵਾਲ ਚੱਕਣਾ, ਮੀਡੀਆ ਵੀ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਜ਼ਰੂਰ ਖੰਗਾਲਦਾ ਹੈਗਾ ਵੀ ਕਿਉਂ ਹੋਇਆ ਇਸ ਤਰੀਕੇ ਨਾਲ। ਤਾਂ ਹੁਣ ਸਵਾਲ ਇਹ ਉੱਠਦੇ ਨੇ, ਕੀ ਦੀਪਕ ਟੀਨੂ ਕਿਸੇ ਸਿਆਸੀ ਲੀਡਰ ਦਾ ਨਾਂ ਜਿਹੜਾ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿੱਚ ਲੈਣ ਵਾਲਾ ਸੀ, ਜਾਂ ਕੋਈ ਵੱਡੇ ਇਦਾਂ ਦੇ ਕੋਈ ਵੱਡੇ ਸ਼ਖਸ ਦਾ ਨਾਂ ਲੈਣ ਵਾਲਾ ਸੀਗਾ ਜਿਹੜਾ ਉਸ ਤੋਂ ਪਹਿਲਾਂ ਹੀ, ਕਿਉਂਕਿ ਇਹ ਆਮ ਆਪਾਂ ਦੇਖੀਏ ਤਾਂ ਜਿਹੜਾ ਇਹ ਸਾਰਾ ਵਰਤਾਰਾ ਹੋਇਆ ਇੱਕ ਫਿਲਮੀ ਸੀਨ ਦੇ ਵਾਂਗੂ ਲੱਗਦਾ ਹੈਗਾ ਕਿ ਜੀ ਇੱਕ ਪੁਲਿਸ ਆਫੀਸਰ ਨੇ, ਜੀ ਫਿਲਮਾਂ ਦੇ ਵਿੱਚ ਹੁੰਦਾ ਕਿ ਇੱਕ ਧਾਕੜ ਜਿਹਾ ਪੁਲਿਸ ਆਫੀਸਰ ਹੁੰਦਾ, ਉਹ ਇਕੱਲਾ ਹੀ ਜਿਹੜਾ ਉਹ ਸਾਰਿਆਂ ਨੂੰ ਸਾਂਭੀ ਫਿਰੀ ਜਾਂਦਾ 25-30 ਜਣਿਆਂ ਨੂੰ, ਤੇ ਉਸੇ ਤਰੀਕੇ ਦਾ ਇਹ ਵੀ ਮਾਮਲਾ ਲੱਗਦਾ ਹੈ ਕਿ ਇੱਕ ਪੁਲਿਸ ਆਫੀਸਰ ਆ ਜਿਹੜਾ ਉਹ ਇਹ ਕੈਟਾਗਰੀ ਦੇ ਗੈਂਗਸਟਰ ਨੂੰ ਇਕੱਲਾ ਹੀ ਜਿਹੜਾ ਗੱਡੀ ਦੇ ਵਿੱਚ ਲੈ ਕੇ ਜਾ ਰਿਹਾ ਤੇ ਉਹ ਜਿਹੜਾ ਉੱਥੋਂ ਫਰਾਰ ਹੋ ਜਾਂਦਾ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ। ਹੁਣ ਲਾਰੈਂਸ ਜਿਹੜਾ ਗੈਂਗ ਹੈਗਾ ਉਹ ਕਹਿੰਦਾ ਕਿ ਪੁਲਿਸ ਕੋਈ ਵੀ ਧੱਕਾ ਜਿਹੜਾ ਉਹ ਦੀਪਕ ਟੀਨੂ ਦੇ ਨਾਲ ਨਾ ਕਰੇ, ਮਤਲਬ ਕਿ ਉਹਦਾ ਐਨਕਾਊਂਟਰ ਕਰਨ ਦੀ ਕੋਸ਼ਿਸ਼ ਜਾਂ ਕੁਛ ਇੱਦਾਂ ਦਾ ਜਾਂ ਕੋਈ ਹੋਰ ਕਿਸੇ ਕਿਸਮ ਦਾ ਧੱਕਾ ਕਰਨ ਦੀ ਨਾ ਕੋਸ਼ਿਸ਼ ਕਰੇ, ਕਿਉਂਕਿ ਦੀਪਕ ਟੀਨੂ ਦਾ ਜਿਹੜਾ ਵਕੀਲ ਹੈ ਉਹਨੇ ਕੱਲ ਬਿਆਨ ਦਿੱਤਾ ਹੈਗਾ ਮੀਡੀਆ ਦੇ ਵਿੱਚ ਕਿ ਪੁਲਿਸ ਜਿਹੜਾ ਉਹ ਐਨਕਾਊਂਟਰ ਕਰਨ ਦੇ ਮਕਸਦ ਦੇ ਨਾਲ ਪੁਲਿਸ ਨੇ ਦੀਪਕ ਟੀਨੂ ਨੂੰ ਫਰਾਰ ਕਰਾਇਆ। ਇਹ ਚੀਜ਼ ਦਾ ਉਸਨੇ ਜ਼ਿਕਰ ਕੀਤਾ, ਕਹਿੰਦਾ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਉਸਦੇ ਵੱਲੋਂ ਇਸ ਦੇ ਉੱਪਰ ਰਿਟ ਪਾਈ ਜਾਏਗੀ। ਦੀਪਕ ਟੀਨੂ ਦੇ ਵਕੀਲ ਦਾ ਇਹ ਕਹਿਣਾ। ਇਸ ਦੇ ਵਿਚਾਲੇ ਹੁਣ ਪੁਲਿਸ ਕੀ ਕਰ ਰਹੀ ਹੈ? ਪੰਜਾਬ ਦੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ। ਪਹਿਲਾਂ ਤਾਂ CIA ਸਟਾਫ ਦਾ ਉਹ ਇੰਚਾਰਜ ਪੁਲਿਸ ਆਫੀਸਰ ਆ ਜਿਹੜਾ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ, ਬਕਾਇਦਾ ਤੌਰ FIR ਜਿਹੜੀ ਹੈ ਲਾਂਚ ਹੋ ਗਈ ਆ, ਗ੍ਰਿਫਤਾਰ ਉਸ ਨੂੰ ਕਰ ਲਿਆ ਗਿਆ, ਜਾਂਚ ਹੁਣ ਸ਼ੁਰੂ ਹੋ ਜਾਏਗੀ ਉਸ ਚੀਜ਼ ਦੀ। ਦੂਜੇ ਪਾਸੇ ਹੁਣ ਭਾਲ ਵੀ ਜ਼ਰੂਰੀ ਹੈ ਕਿ ਅਗਰ ਇੰਨਾ ਖਤਰਨਾਕ ਗੈਂਗਸਟਰ ਜਿਹੜਾ ਉਹ ਫਰਾਰ ਹੋਇਆ ਤਾਂ ਕੋਈ ਅਜਿਹੀ ਘਟਨਾ ਨੂੰ ਅੰਜਾਮ ਨਾ ਦੇਵੇ ਜਾਂ ਕੁਝ ਹੋਰ ਇੱਦਾਂ ਦਾ ਨਾ ਹੋਵੇ। ਤਾਂ ਕਿਹਾ ਜਾ ਰਿਹਾ ਕਿ ਰਾਜਸਥਾਨ ਭੱਜਣ ਦੀ ਯੋਜਨਾ ਹੋ ਸਕਦੀ ਆ ਦੀਪਕ ਟੀਨੂ ਦੀ, ਕਿਉਂਕਿ ਪਿਛਲੇ ਦਿਨਾਂ 'ਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਲਾਰੈਂਸ ਗੈਂਗ ਆ ਜਿਹੜਾ ਉਹ ਰਾਜਸਥਾਨ ਤੋਂ ਆਪਰੇਟ ਹੋ ਰਿਹਾ। ਤਾਂ ਹੁਣ ਪੁਲਿਸ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਨੇ ਉਹ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ਨੂੰ ਉਹਨਾਂ ਨੇ ਗੱਡੀਆਂ ਪਾਈਆਂ ਹੋਈਆਂ ਨੇ ਕਿ ਕਿਸੇ ਤਰੀਕੇ ਉਸ ਨੂੰ ਕਾਬੂ ਕੀਤਾ ਜਾਵੇ। ਜੀ 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 ਬਿਲਕੁਲ। ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਕੇ ਨਹੀਂ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਬੜੀ ਇੱਕ ਅਜੀਬ ਜੀ ਘਟਨਾ ਲੱਗਦੀ ਹੈ ਜਿਵੇਂ ਦੇਖਣ ਨੂੰ ਮਿਲ ਰਹੀ ਹੈ ਵੀ ਇੱਕ ਅਪਰਾਧੀ ਜਿਹੜਾ ਕਿ ਬੜਾ ਖਤਰਨਾਕ ਹੈ, ਉਹਨਾਂ ਤੇ ਉਹਦੇ ਅਨੇਕਾਂ ਕਿਸਮ ਦੇ ਪਰਚੇ ਦਰਜ ਨੇ ਤੇ ਉਹਨੂੰ ਬਿਨਾਂ ਹੱਥਕੜੀ ਤੋਂ ਲਗਾਇਆ ਜਾ ਰਿਹਾ ਤੇ ਉਹ ਮਤਲਬ ਇੱਕ ਹੋਟਲ 'ਚ ਵੀ ਕਹਿੰਦੇ ਲਿਜਾਇਆ ਜਾ ਰਿਹਾ। ਤੇ ਇਹ ਗੱਲਾਂ ਬੜੀਆਂ ਅਜੀਬ ਜੀਆਂ ਲੱਗਦੀਆਂ ਨੇ। ਇਹ ਪਤਾ ਨਹੀਂ ਕਿਉਂ, ਮੈਨੂੰ ਤਾਂ ਲੱਗਦਾ ਵੀ ਇਹ ਭਜਾਇਆ ਹੀ ਗਿਆ। ਇੱਕ ਐਡਾ ਬੜਾ ਰਿਸਕ ਇੱਕ CIA ਨੇ ਜਿਹੜਾ ਇੰਸਪੈਕਟਰ ਆ ਉਹ ਨਹੀਂ ਲੈ ਸਕਦਾ। ਇਹ ਕੋਈ ਸਾਜ਼ਿਸ਼ ਹੈ, ਇਹਦੀ ਕੋਈ ਚੰਗੀ ਤਰ੍ਹਾਂ ਪੜਤਾਲ ਹੋਣੀ ਚਾਹੀਦੀ ਹੈ ਵੀ ਇਹ ਹੋਇਆ ਕਿਉਂ ਆ। ਨਾਲੇ ਇਹ ਦੱਸਿਓ ਜੀ ਇਹ ਕਿਵੇਂ ਭੱਜਿਆ, ਕਿਵੇਂ ਆ, ਕਿੱਥੋਂ ਗਿਆ, ਕਿੱਥੇ ਗਿਆ, ਤੇ ਇਹਨਾਂ ਨੂੰ ਪੁਲਿਸ ਨੂੰ ਕਦੋਂ ਪਤਾ ਲੱਗਿਆ ਵੀ ਇਹ ਕਿੱਥੇ ਆ ਜਾਂ ਭੱਜ ਗਿਆ, ਕਦੋਂ ਪਤਾ ਲੱਗਿਆ? ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ ਆਨਰ ਜੀ, ਤੁਸੀਂ ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਅਜੀਤ ਸਿੰਘ ਸਰਾਂ ਬੋਲਦਾ ਜੀ। ਜੀ ਸਰਾਂ ਸਾਹਿਬ। ਹਾਂਜੀ ਹਾਂਜੀ, ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਮਤਲਬ ਹੈ ਇਸ ਤਰ੍ਹਾਂ ਜਿਹੜਾ ਉਹ ਭਜਾਇਆ ਗਿਆ ਦੀਪਕ ਨੂੰ, ਉਹ ਜਾਣ ਬੁੱਝ ਕੇ ਭਜਾਇਆ ਗਿਆ ਔਰ ਸਾਰਿਆਂ ਦੇ ਆਪਾਂ ਸ਼ਰਤ ਲਾਉਣਾ ਮੈਂ ਬਈ ਉਸ ਤੋਂ ਪੈਸੇ ਖਾ ਗਏ ਇਹ, ਔਰ ਪੈਸੇ ਵੀ ਕਿੰਨਾ ਕਹਿੰਦੇ ਆ, ਥੋੜਾ ਨਹੀਂ ਆ, ਬਹੁਤ ਜ਼ਿਆਦਾ ਪੈਸੇ ਲਏ ਆ ਉਥੋਂ ਔਰ ਉਸ ਨੂੰ ਭਜਾ ਦਿੱਤਾ ਇਹਨਾਂ ਨੇ ਜਾਣ ਬੁੱਝ ਕੇ। ਨਹੀਂ ਤਾਂ ਇੱਕ ਹੀ ਆਦਮੀ, ਇੱਕ ਹੀ ਪੁਲਿਸ ਵਾਲਾ ਬਗੈਰ ਹੱਥਕੜੀ ਤੋਂ ਕਿਵੇਂ ਲੈ ਕੇ ਜਾਊਗਾ? ਉਹ ਕਿਤੇ ਹੋ ਹੀ ਨਹੀਂ ਸਕਦਾ। ਇੰਨਿਆਂ ਨੂੰ ਲੈ ਕੇ ਜਾਂਦੇ ਆ ਇਹ, ਕਿਤੇ ਉਹਨਾਂ ਨੂੰ ਨਾਲੇ ਹੱਥਕੜੀਆਂ ਲਾਈਆਂ ਹੁੰਦੀਆਂ, ਨਾਲੇ ਨਾਲ ਗਾਰਦ ਹੁੰਦੀ ਆ ਵੀ ਜੇ ਭਜੂਗਾ ਤਾਂ ਗੋਲੀ ਮਾਰੋ।
ਤੇ ਉਹਦਾ ਕੀਤਾ ਕੀ ਇਹਨਾਂ ਨੇ? ਜਾਣ ਬੁੱਝ ਕੇ ਪੁਲਿਸ ਦੀ ਇਹ ਨਾਕਾਮੀ ਨਹੀਂ ਹੈ, ਪੁਲਿਸ ਦੀ ਇਹ ਗੁੰਡਾਗਰਦੀ ਹੈ, ਇਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ ਇਹ, ਕਿਉਂਕਿ ਪੈਸਾ ਖਾਂਦੇ ਆ ਇਹ, ਪੈਸਾ ਉਹ ਲੈ ਗਿਆ ਔਰ ਵੱਡਾ ਰਕਮ ਲੈ ਗਿਆ ਉਹ ਉਸਦੇ ਹੋਰ ਕੁਝ ਨਹੀਂ ਹੈ, ਇਹ ਜਾਣ ਬੁੱਝ ਕੇ ਇਹਨਾਂ ਨੂੰ ਭਜਾਉਂਦੇ ਆ, ਹੋਰ ਉਹਦਾ ਕੁਝ ਨਹੀਂ ਹੈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਛੋੜੀ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੈਂ ਸ਼ੇਰਗਿਲ ਬੋਲਦਾ ਲਾਸ ਐਂਜਲਸ ਤੋਂ। ਜੀ ਸ਼ੇਰਗਿਲ ਸਾਹਿਬ। ਜੀ ਜੀ, ਹਾਂਜੀ, ਮੇਰਾ ਮਤਲਬ ਤਾਂ ਇਹ ਹੈ ਜੀ, ਆ ਜਿਹੜੀਆਂ ਹੁਣ ਘਟਨਾਵਾਂ ਵਾਪਰ ਰਹੀਆਂ, ਜਿਹੜਾ ਗੈਂਗਸਟਰ ਭੱਜਿਆ ਤੇ ਕੀ ਜਿਵੇਂ ਤੁਸੀਂ ਜ਼ਿਕਰ ਕੀਤਾ 17 ਦੇ ਵਿੱਚ ਵੀ ਭੱਜਿਆ, ਨਾਭਾ ਜੇਲ੍ਹ ਚੋਂ ਕਾਲੀਆਂ ਤੇ ਕਾਂਗਰਸ ਕੱਲੀਆਂ ਵੀ ਭੱਜਿਆ ਹੋਇਆ। ਪਰ ਆਪਾਂ ਨੂੰ ਇਹ ਦੇਖਣਾ ਪਊਗਾ ਜੀ ਵੀ ਜਿਹੜੀਆਂ ਆਹ ਸਰਕਾਰ ਆਈ ਆਪ ਭਗਵੰਤ ਮਾਨ ਦੀ, ਵੀ ਜਿਹੜੇ ਆਹ 73 ਲੀਡਰ ਬਾਹਰ ਹੋ ਗਏ ਕਾਂਗਰਸ ਦੇ ਜਾਂ ਭਾਵੇਂ ਕਾਲੀਆਂ ਦੇ, ਕਹ ਲਓ ਭਾਜਪਾ ਦੇ, ਮੇਰਾ ਖਿਆਲ ਉਹਨਾਂ ਨੂੰ ਹਜਮ ਨਹੀਂ ਆ ਰਿਹਾ। ਕੁਛ ਨਾ ਕੁਛ ਤਾਂ ਹੈ ਜਿਹਦੇ ਪਿੱਛੇ ਇਹ ਹੱਥ ਹੈਗਾ। ਤੇ ਮੇਰਾ ਖਿਆਲ ਹੈ ਜਿਹੜੀ ਤੁਸੀਂ ਸਿਆਣੇ ਹੋ, ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਜੀ, ਜਿਹੜੀ ਜਿਵੇਂ ਆਪਾਂ ਪੁਲਿਸ ਲੈ ਲਓ, ਮੇਰਾ ਖਿਆਲ ਹੈ ਉਹ ਵੀ ਇਹਨਾਂ ਤੋਂ ਡਰਦੇ ਆ। ਉਹਨਾਂ ਨੂੰ ਵੀ ਐਂ ਨਹੀਂ ਪਾਉਂਦਾ ਵੀ ਇਹ ਸਰਕਾਰ ਕਿੰਨਾ ਚਿਰ ਰਹੂ ਜਾਂ ਨਾ ਰਹੂ, ਕਿਤੇ ਰਵਾਇਤੀ ਪਾਰਟੀਆਂ ਨਾਲ ਦੁਬਾਰਾ ਆ ਜਾਣ, ਵੀ ਆਹੀ ਇਹਨਾਂ ਨੂੰ ਡਰ ਹੈ। ਤਾਂ ਉਹ ਹੋ ਸਕਦਾ ਇਹਨਾਂ ਦਾ ਸਾਥ ਨਾ ਦੇਣ, ਕਈ ਵਾਰ ਨਿਗਲੀ ਵਰਤੀ ਜਾ ਸਕਦੀ ਹੈ, ਕਿਉਂਕਿ ਇਹ ਸਾਰੇ ਹੀ ਇਹ ਤੁਲੇ ਹੋਏ ਆ ਕਿਵੇਂ ਨਾ ਕਿਵੇਂ ਵੀ ਆਪ ਨੂੰ ਫੇਲ ਕਰਕੇ, ਸਿੱਧ ਕਰਕੇ ਵੀ ਇਹ ਹੈਂਡਲ ਨਹੀਂ ਕਰ ਸਕਦੇ ਗੈਂਗਸਟਰਾਂ ਨੂੰ ਜਾਂ ਖਾਲਿਸਤਾਨੀ ਮੂਵਮੈਂਟ। ਇਹਦੇ ਕਈ ਮੁੱਦੇ ਜੁੜ ਗਏ ਜੀ, ਜਿਵੇਂ ਤੁਸੀਂ ਖਾਲਿਸਤਾਨ ਦੇ ਨਾਅਰੇ ਲੱਗਣੇ, ਦੂਜੇ ਵੀ ਚਰਚ ਤੇ, ਇਹ ਗੱਲਾਂ ਕਾਊਂਟ ਕਰਦੀਆਂ ਜੀ। ਮੇਰੇ ਹਿਸਾਬ ਨਾਲ ਤਾਂ ਇਹ ਤਿਆਰੀ ਹੋ ਰਹੀ ਹੈ ਕਿਵੇਂ ਨਾ ਕਿਵੇਂ ਵੀ ਇਹ ਸਰਕਾਰ ਨੂੰ ਫੇਲ ਕਰਕੇ ਤੇ ਗਵਰਨਰ ਦੀ ਰਾਜ ਲਾਗੂ ਕਰੋ, ਜਾਂ ਇਹ ਜਿਹੜੇ ਸੱਤਾ ਤੋਂ ਬਾਹਰ ਹੈ ਇਹ ਮੇਰਾ ਖਿਆਲ ਹੱਥੋਂ ਪੈਰੀ ਹੋਇਆ ਵੀ ਅਸੀਂ ਸਿਆਸਤ 'ਚ ਵਾਪਸ ਕਿਵੇਂ ਆਈਏ। ਸਿਆਸਤ ਇੱਕ ਵਾਰੀ ਖੁਸ਼ ਸੀ, ਉਹਨਾਂ ਨੂੰ ਔਖਾ ਬਹੁਤ ਆ ਬਾਹਰ ਰਹਿਣਾ ਮੇਰੇ ਮੁਤਾਬਕ, ਕੋਈ ਬਾਹਰ ਨਹੀਂ ਰਹਿ ਸਕਦੇ। ਇਹਨਾਂ ਨੇ ਕੋਈ ਹੱਥ ਖੰਡਾ ਵਰਤਣਾ ਹੈ। ਮੇਰੇ ਖਿਆਲ ਕਮਜ਼ੋਰੀਆਂ ਇਹਨਾਂ ਦੀਆਂ ਵੀ ਹੈ, ਸਾਰਾ ਕੁਛ ਹੀ ਰਲਾ ਮਿਲਾ ਕੇ, ਪਰ ਇਹ ਜ਼ਿਆਦਾਤਰ ਮੇਰੇ ਖਿਆਲ ਕਾਲੇ ਆ ਵੀ ਸੱਤਾ 'ਚ ਵਾਪਸ ਕਿਵੇਂ ਆਈਏ ਤੇ ਇਹਨਾਂ ਨੂੰ ਪਾਸੇ ਕਰੀਏ। ਮੇਰਾ ਖਿਆਲ ਆਹੀ ਕਾਰਨ ਹੈ ਮੇਨ, ਜਿਹੜਾ ਕੁਛ ਵੀ ਪੰਜਾਬ 'ਚ ਵਾਪਰਿਆ। ਅੱਗੇ ਤੁਸੀਂ ਸਿਆਣੇ ਹੋ ਜੀ, ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਸ਼ੇਰਗਿਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਸਾਰੇ ਕਹਿਣਾ ਚਾਹੁੰਦਾ ਵੀ ਇਹ ਸਾਰਾ ਕੰਮ ਸਿਆਸਤਾਂ ਦਾ ਹੀ। ਇਹ ਜਿਹੜੀ ਨਵੀਂ ਪਾਰਟੀ ਆਈ ਹੈ, ਇਹ ਜਿਹੜੇ ਪੁਰਾਣੇ ਸਿਆਸੀ ਲੀਡਰ ਬੈਠੇ ਨੇ, ਇਹਨਾਂ ਦੇ ਲਿੰਕ ਬਹੁਤ ਵੱਡੇ ਨੇ। ਜਿਹੜਾ ਸਾਡਾ ਡੀਜੀਪੀ ਹੈ ਉਹਨੂੰ ਇਹ ਸੈਂਟਰ ਸਰਕਾਰ ਲਾ ਰਹੀ ਹੈ, ਤਾਂ ਸਟੇਟ ਗਵਰਨਮੈਂਟ ਦੇ ਅੰਡਰ ਕਿੰਨਾ ਕੰਮ ਕਰਦਾ ਉਹ, ਸਟੇਟ ਗਵਰਨਮੈਂਟ ਦੀ ਕਿੰਨੀ ਕੁ ਮੰਨਦਾ, ਉਹਨਾਂ ਸੈਂਟਰ ਦੀਆਂ ਏਜੰਸੀਆਂ ਦੀ ਮੰਨਣੀ ਹੈ। ਠੀਕ ਹੈ ਜੀ। ਜਿਹੜਾ ਹੁਣ ਬਾਜਵੇ ਵਾਲਾ ਫਿਰੋਜ਼ਪੁਰ ਪਰਚਾ ਦਰਜ ਹੋਇਆ ਮੁੰਡੇ SHO ਤੇ, ਉਹ ਵੀ ਗੱਲ ਨਿਕਲ ਕੇ ਬਾਹਰ ਆ ਗਈ। ਉਹ ਵੀ SSP ਨੇ ਗਲਤ ਪਰਚਾ ਦਵਾਇਆ ਵਿਚਾਰੇ ਉਸ ਤੇ, ਹੈ ਉਹ 30 ਲੱਖ ਰੁਪਏ ਉਹਦੇ ਘਰਦਿਆਂ ਤੇ ਲੈ ਕੇ ਪਾਤਾ ਉਹਤੇ, ਹੈ ਉਹਦੇ ਘਰ ਤੋਂ ਰਿਕਵਰੀ ਦਿਖਾਤੀ। ਇਹ ਬੜਾ ਸਿਸਟਮ ਚੱਲ ਰਿਹਾ ਜੀ, ਉਲਟ ਮੇਟ ਚੱਲ ਰਿਹਾ। ਇਹ ਮਤਲਬ ਨਵੀਂ ਪਾਰਟੀ ਦੇ ਨੂੰ ਇਹ ਅਫਸਰ ਘੱਟ ਸੁਣ ਰਹੇ ਨੇ, ਇਹ ਸੈਂਟਰ ਸਰਕਾਰ ਦੀ ਵੱਧ ਸੁਣ ਰਹੇ ਨੇ, ਕਿਉਂਕਿ ਜਿਹੜੇ ਗੈਂਗਸਟਰ ਨੇ ਉਹ ਸੈਂਟਰ ਦੇ ਲਾਡਲੇ ਨੇ। ਹੁਣ ਜਦ ਪੋਰਟਾਂ ਦੇ ਡਰੱਗ ਆ ਸਕਦੀ ਹੈ, MP ਤੋਂ ਬਣ ਕੇ ਪਿਸਟਲ ਆ ਸਕਦੇ ਨੇ, ਦਿੱਲੀ ਤੋਂ ਨਸ਼ਾ ਆ ਸਕਦਾ, ਫਿਰ ਉਹਨਾਂ ਨੂੰ ਗੈਂਗਸਟਰ ਭਜਾਉਣਾ ਕਿੰਨੀ ਵੱਡੀ ਗੱਲ ਹੈ। ਉਹਨਾਂ ਦੀ ਛਤਰ ਛਾਇਆ ਬਹੁਤ ਵੱਡੀ ਹੈ। ਇਹਦੇ ਵਾਸਤੇ ਸਟੇਟ ਸਰਕਾਰ ਲਾਚਾਰ ਲੱਗਦੀ ਮੈਨੂੰ ਇਹਨਾਂ ਦੇ ਸਾਹਮਣੇ। ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਬਲਦੀਪ ਜੀ ਕੀ ਕਹਿਣਾ ਚਾਹੋਗੇ? ਨਵਦੀਪ, ਚਲੋ ਸਭ ਦਰਸ਼ਕਾਂ ਦੇ ਆਪੋ ਆਪਣੇ ਵਿਚਾਰ ਨੇ, ਹਰ ਇੱਕ ਬੰਦਾ ਆਪੋ ਆਪਣੇ ਐਂਗਲ ਦੇ ਨਾਲ ਸੋਚਦਾ ਹੈਗਾ ਕਿ ਕਿਉਂਕਿ ਹੁਣ ਕਿਆਸ ਰਾਈਆਂ ਹੀ ਨੇ ਮੋਟੇ ਤੌਰ ਤੇ ਆਪਾਂ ਦੇਖੀਏ। ਹੁਣ ਫਰਾਰ ਤਾਂ ਜਿਹੜਾ ਇੰਨਾ ਖਤਰਨਾਕ ਮੁਜਰਮ ਹੋ ਚੁੱਕਿਆ, ਹੁਣ ਕਿਆਸ ਰਾਈਆਂ ਨੇ, ਮੀਡੀਆ ਆਪਣੀਆਂ ਕਿਆਸ ਰਾਈਆਂ ਲਗਾ ਰਿਹਾ, ਵਿਰੋਧੀ ਧਿਰ ਆਪਣੀ ਗੱਲ ਕਹਿ ਰਹੀ ਹੈਗੀ ਹੈ, ਸੱਤਾ ਧਿਰ ਆਪਣੀ ਗੱਲ ਕਹਿ ਰਹੀ ਹੈਗੀ ਹੈ। ਜਦ ਤੱਕ ਉਹ ਖਤਰਨਾਕ ਕੈਦੀ ਕਾਬੂ ਨਹੀਂ ਆ ਜਾਂਦਾ, ਉਦੋਂ ਤੱਕ ਕਿਆਸ ਰਾਈਆਂ ਨਹੀਂ ਨਾ ਕਿ ਇਹ ਚੀਜ਼ ਹੋ ਸਕਦੀ ਹੈ ਜਿੱਦਾਂ ਹੋਇਆ ਹੋਏਗਾ। ਇੱਕ ਦਲੀਲ ਜਿਹੜੇ ਸਾਡੇ ਪਹਿਲਾਂ ਕਾਲਰ ਸੀਗੇ, ਸਭ ਤੋਂ ਪਹਿਲਾਂ ਮੇਰੇ ਖਿਆਲ ਸ਼ਾਇਦ ਉਹਨਾਂ ਨੇ ਕਾਲ ਕੀਤੀ ਸੀ, ਉਹ ਗੱਲ ਕਰ ਰਹੇ ਸੀ ਕਿ ਪੈਸੇ ਦਾ ਕੋਈ ਲੈਣ ਦੇਣ ਜਿਹੜਾ ਉਹ ਮੁਮਕਿਨ ਲੱਗਦਾ ਹੈ ਵੀ ਪੈਸਾ ਕੋਈ ਲਿਆ ਦਿੱਤਾ ਹੋਵੇ ਉਸ ਪੁਲਿਸ ਅਫਸਰ ਨੇ ਜਾਂ ਕਿਸੇ ਹੋਰ ਨੇ। ਖੈਰ ਇਲਜ਼ਾਮਬਾਜ਼ੀ ਹੈ, ਪਰ ਇਸ ਗੱਲ ਤੋਂ ਆਪਾਂ ਇਸ ਮਤਲਬ ਸ਼ੰਕਾ ਨੂੰ ਦੂਰ ਵੀ ਨਹੀਂ ਕਰ ਸਕਦੇ ਇਸ ਪੁਆਇੰਟ ਨੂੰ ਆਪਾਂ, ਕਿਉਂਕਿ ਅਗਰ ਦੀਪਕ ਟੀਨੂ ਲਾਰੈਂਸ ਗੈਂਗ ਦਾ ਫਾਈਨੈਂਸਰ ਹੈ
ਗੈਂਗ ਨੂੰ ਫਾਈਨਾਂਸ ਕਰਦਾ, ਮਤਲਬ ਉਹ ਹਥਿਆਰਾਂ ਲਈ ਵੀ ਫਾਈਨਾਂਸ ਕਰਦਾ ਹੋਏਗਾ, ਬਾਕੀ ਗੱਡੀਆਂ ਜਾਂ ਹੋਰ ਅਸਲਾ ਜਿਹੜਾ ਉਸ ਲਈ ਵੀ ਫਾਈਨਾਂਸ ਕਰਦਾ ਹੋਏਗਾ। ਔਰ ਉਹ ਮੋਟੀਆਂ ਰਕਮਾਂ ਹੁੰਦੀਆਂ ਨੇ ਨਵਦੀਪ, ਕਿਉਂਕਿ ਹਥਿਆਰ ਕੋਈ ਸਸਤੇ ਨਹੀਂ ਆਉਂਦੇ ਹੈਗੇ, ਜਾਂ ਕਾਰਾਂ ਜਿਹੜੀਆਂ ਨੇ ਜਿਨ੍ਹਾਂ 'ਚ ਬੈਠ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ, ਉਹ ਸਸਤੇ ਨਹੀਂ ਆਉਂਦੇ ਹੈਗੇ। ਅਗਰ ਉਹ ਫਾਈਨਾਂਸਰ ਹੈਗਾ ਤਾਂ ਜ਼ਾਹਿਰ ਹੈ ਕਿ ਹੋ ਸਕਦਾ ਕਿ ਉਸ ਐਂਗਲ ਤੋਂ ਵੀ ਇਸ ਪੂਰੇ ਮਸਲੇ ਨੂੰ ਖੰਗਾਲਣ ਦੀ ਲੋੜ ਹੈਗੀ ਆ। ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰੇਗੀ ਉਸ ਨੂੰ ਖੰਗਾਲਣ ਦੀ ਲੋੜ ਹੈ। ਹਾਲਾਂਕਿ ਵਿਰੋਧੀ ਧਿਰ ਨੇ ਤਾਂ ਕਹਿ ਦਿੱਤਾ ਹੈ ਕਿ CBI ਤੋਂ ਜਾਂ ਹੋਰ ਜਿਹੜੀਆਂ ਨੈਸ਼ਨਲ ਏਜੰਸੀਆਂ ਨੇ ਉਹਨਾਂ ਤੋਂ ਜਿਹੜਾ ਉਹ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਵਾਈ ਜਾਵੇ। ਅਗਰ ਦੀਪਕ ਟੀਨੂ ਦੀ ਗੱਲ ਕਰੀਏ ਤਾਂ ਦੀਪਕ ਟੀਨੂ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀ। ਇਸ ਨੂੰ ਜੂਨ ਜਾਂ ਆਈ ਥਿੰਕ ਜੁਲਾਈ ਦੇ ਮਹੀਨੇ ਦੇ ਵਿੱਚ ਇਸ ਨੂੰ ਜਿਹੜਾ 4 ਜੁਲਾਈ ਨੂੰ ਇਸ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੀਗਾ ਔਰ ਇਸ ਨੂੰ ਟ੍ਰਾਂਜ਼ਿਟ ਰਿਮਾਂਡ ਦੇ ਉੱਪਰ 4 ਜੁਲਾਈ ਨੂੰ। ਔਰ ਕਪੂਰਥਲਾ ਇਸ ਵੇਲੇ ਜਦੋਂ ਸੀਗਾ ਤਾਂ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀਗਾ ਔਰ ਉੱਥੋਂ ਪ੍ਰੋਡਕਸ਼ਨ ਵਾਰੰਟ ਦੇ ਉੱਪਰ ਸੰਗਰੂਰ CIA ਸਟਾਫ ਲੈ ਕੇ ਆਈ ਸੀ। ਮਤਲਬ ਪਹਿਲਾਂ ਤਿਹਾੜ ਜੇਲ੍ਹ ਦੇ ਵਿੱਚ ਸੀ, ਤਿਹਾੜ ਜੇਲ੍ਹ ਤੋਂ ਜਿਹੜਾ ਉਹ ਪੰਜਾਬ ਲਿਆਂਦਾ ਗਿਆ ਟ੍ਰਾਂਜ਼ਿਟ ਰਿਮਾਂਡ ਦੇ ਉੱਪਰ, ਕਪੂਰਥਲੇ ਦੇ ਵਿੱਚ ਸੀਗਾ। ਕਪੂਰਥਲੇ ਤੋਂ ਇਹ ਮਾਨਸਾ ਲੈ ਕੇ ਆਂਦਾ ਗਿਆ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇਸ ਤੋਂ ਇਨਵੈਸਟੀਗੇਸ਼ਨ ਕਰਨ ਦੇ ਲਈ CIA ਸਟਾਫ ਨੇ। ਤੇ ਸਰਦੂਲਗੜ੍ਹ ਇੱਕ ਅਲੱਗ ਮੁਕੱਦਮਾ ਸੀਗਾ, ਉੱਥੇ ਇੱਕ ਅਲੱਗ ਮੁਕੱਦਮੇ ਤਹਿਤ ਇਨਵੈਸਟੀਗੇਸ਼ਨ ਹੋਣੀ ਸੀਗੀ, ਉੱਥੇ ਇਸ ਕਰਕੇ ਲੈ ਕੇ ਜਾਇਆ ਜਾ ਰਿਹਾ ਸੀਗਾ। ਤੋ ਕਈ ਤਾਰਾਂ ਜੁੜਦੀਆਂ ਨੇ ਨਵਦੀਪ ਕਿ ਹੁਣ ਇਹ ਜਿਵੇਂ ਫਾਈਨਾਂਸ ਵਾਲੀ ਗੱਲ ਕਹੀ ਹੈ ਕਿ ਪੈਸੇ ਦਾ ਲੈਣ ਦੇਣ ਵੀ ਹੋ ਸਕਦਾ ਹੈਗਾ। ਅੱਛਾ, ਇੱਕ ਕਾਲਰ ਗੱਲ ਕਰ ਰਹੇ ਸੀ ਕਿ ਜਿਹੜਾ ਉਹ ਕਿ ਸੈਂਟਰਲ ਏਜੰਸੀਆਂ ਨੇ ਜਾਂ ਸੈਂਟਰਲ ਸਰਕਾਰ ਹੈ ਉਹ ਇਸ ਸਰਕਾਰ ਨੂੰ ਕੰਮ ਕਰਨ ਨਹੀਂ ਦੇ ਰਹੀ। ਉਹਦੀ ਵੀ ਇੱਕ ਪੁਆਇੰਟ, ਚਲੋ ਖੈਰ ਸਾਡੇ ਕਾਲਰ ਨੇ ਉਹ ਵੀ ਆਪਣੀ ਰਾਏ ਰੱਖ ਸਕਦੇ ਨੇ ਬਾਕੀ ਨਾਲ। ਤੇ ਇੱਕ ਪੁਆਇੰਟ ਜਿਹੜਾ ਮੈਨੂੰ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਹ ਦਲੀਲ ਦਿੰਦੀ ਹੁੰਦੀ ਸੀ, ਹੁਣ ਵੀ ਦਿੰਦੀ ਹੈ ਕਿ ਉੱਥੇ ਜੀ ਪੂਰਨ ਤੌਰ ਤੇ ਸਾਡੀ ਸਰਕਾਰ ਨਹੀਂ ਹੈ, LG ਦਾ ਕੰਟਰੋਲ ਹੈ। ਦੇਖੋ ਜੀ ਅਸੀਂ ਬਹੁਤੇ ਫੈਸਲੇ ਨਹੀਂ ਕਰ ਸਕਦੇ, ਅਸੀਂ ਇੱਦਾਂ ਨਹੀਂ ਕਰ ਸਕਦੇ। ਪਰ ਮੈਨੂੰ ਲੱਗਦਾ ਕਿ ਹੁਣ ਪੰਜਾਬ ਦੇ ਲੋਕ ਜਿਨ੍ਹਾਂ ਨੇ 92 ਸੀਟਾਂ ਦਿੱਤੀਆਂ ਨੇ ਉਹ ਸ਼ਾਇਦ ਮੈਨੂੰ ਲੱਗਦਾ ਇਹ ਦਲੀਲ ਨਹੀਂ ਸੁਣਨਗੇ। ਉਹਨਾਂ ਨੇ ਦਲੀਲਾਂ ਅਕਾਲੀਆਂ ਦੀਆਂ ਨਹੀਂ ਸੁਣੀਆਂ, ਉਹਨਾਂ ਨੇ ਦਲੀਲਾਂ ਕਾਂਗਰਸੀਆਂ ਦੀਆਂ ਨਹੀਂ ਸੁਣੀਆਂ ਹੈਗੀਆਂ। ਤੇ ਜੇ ਇਹ ਦਲੀਲ ਆਮ ਆਦਮੀ ਪਾਰਟੀ ਦੇਗੀ ਕਿ ਦੇਖੋ ਜੀ ਸਾਨੂੰ ਸੈਂਟਰ ਸਰਕਾਰ ਹੈ ਜਿਹੜੀ ਜਾਂ DGP ਸੈਂਟਰ ਸਰਕਾਰ ਦੇ ਹੁਕਮਾਂ ਤੇ ਕੰਮ ਕਰਦੇ ਨੇ ਜਾਂ ਫਿਰ ਬਿਊਰੋਕ੍ਰੇਸੀ ਉਹਨਾਂ ਦੇ ਹੁਕਮਾਂ ਤੇ ਕੰਮ ਕਰਦੀ ਹੈ, ਮੈਨੂੰ ਲੱਗਦਾ ਉਹ ਦਲੀਲ ਬੇਸ਼ੱਕ ਦੇਣ, ਆਮ ਆਦਮੀ ਪਾਰਟੀ ਦਲੀਲ ਦੇ ਸਕਦੀ ਹੈ, ਪਰ ਮੈਨੂੰ ਲੱਗਦਾ ਕਿ ਲੋਕ ਜਿਹੜਾ ਉਸ ਨੂੰ ਫੋਲੋ ਨਹੀਂ ਕਰਨਗੇ। ਅਗਲੇ ਕਹਿਣਗੇ ਕਿ ਅਸੀਂ ਤਾਂ ਦੇਖੋ ਜੀ ਤੁਹਾਨੂੰ 92 ਸੀਟਾਂ ਦਿੱਤੀਆਂ ਸੀ, ਤੁਹਾਨੂੰ ਫੁੱਲ ਮੈਜੋਰਿਟੀ ਦਿੱਤੀ ਸੀ, ਤੁਹਾਨੂੰ ਫੁੱਲ ਪਾਵਰ ਦਿੱਤੀ ਸੀ, ਤੁਸੀਂ ਆਪਣੀ ਪਾਵਰ ਦਾ ਇਸਤੇਮਾਲ ਕਰਨਾ ਸੀ, ਤੁਸੀਂ ਆਪਣਾ ਜ਼ੋਰ ਦਿਖਾਉਣਾ ਸੀਗਾ ਔਰ ਜਿਹੜਾ ਲਾਅ ਐਂਡ ਆਰਡਰ ਤੇ ਬਾਕੀ ਚੀਜ਼ਾਂ ਠੀਕ ਕਰਨੀਆਂ ਸੀਗੀਆਂ। ਤਾਂ ਇਹ ਵੀ ਇੱਕ ਚੀਜ਼ ਹੈਗੀ ਹੈ ਜੀ। ਬਿਲਕੁਲ। ਤੇ ਅਗਲੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬੰਦੇਰ ਬੋਲ ਰਹੇ ਜੀ। ਬੰਦੇਰ ਸਾਹਿਬ, ਇਹ ਗੱਲ ਇਹ ਆ ਵੀ ਇਹ ਨਾ ਪੁਲਿਸ ਵੀ ਡਰਦੀ ਆ, ਪੁਲਿਸ ਨੇ ਜਿਹੜੇ ਜਵਾਕ ਪਾਲਣੇ ਆ ਇਹਨਾਂ ਗੈਂਟਾਂ ਦਾ ਜ਼ੋਰ ਹੀ ਵਾਲਾ, ਕਿਉਂ ਲੰਬੇ ਹੱਥ ਨੇ ਇਹਨਾਂ ਦੇ, ਚਾਹੇ ਅੰਦਰ ਬੈਠੇ ਕਤਲ ਕਰਾਈ ਜਾਂਦੇ ਨੇ ਬੈਠੇ ਬੰਦਿਆਂ ਦੇ। ਇਹ ਦੇਖੋ ਨੇ ਰਹਿਣੀ ਛੇਣੇ ਦਿਓ ਕਹੀ ਜੀ ਉਹ ਕਹੋ ਨਾ ਕੰਮ ਕਰਨ ਦੀ ਕੀ ਲੋੜ ਆ, ਬੰਦੇ ਮਾਰ ਕੇ ਅੰਦਰ ਦੇਖੋ ਨਾ ਝੂਠਾਂ ਕਿੰਨੀਆਂ ਮਿਲਦੀਆਂ ਨੇ ਗੈਂਗਸਟਰਾਂ ਨੂੰ। ਹਾਂ, ਇਸ ਕਰਕੇ ਨਾ ਇਹਨਾਂ ਨੇ ਜੋ ਪੁਲਿਸ ਵੀ ਡਰਦੇ, ਪਰ ਇਹਦਾ ਹਾਰਾ ਪੁਲਿਸ ਨੇ ਪੈਸੇ ਲਏ ਆ, ਨਹੀਂ ਉੱਥੇ ਸੀਏ ਸਟਾਫ ਜੋ ਇਕੱਲੇ ਮਿਲਾ ਜਾਓ ਠੀਕ ਆ, ਉੱਥੇ ਹੋਰ ਕੋਈ ਬੰਦਾ ਹੀ ਹੈ ਸੀਗਾ ਵੀ ਨਾਲ ਕੋਈ ਇੱਥੇ ਜੇ ਕੁਆਟਰ ਫੜ ਲੈਣ ਉਹ 4 ਬੰਦੇ ਭੇਜ ਦਿੰਦੀ ਆ ਤਰੀਕ ਤੇ, ਇਹਨੂੰ ਇਕੱਲੇ ਲੈ ਤੋਂ ਰੁਪਇਆ ਉੱਥੇ ਹੋਰ ਕੋਈ ਬੰਦਾ ਹੈ ਨਹੀਂ ਉਹ ਸੀਏ ਸਟਾਫ ਦੇ ਥੱਲੇ ਇਕੱਲਾ ਗੱਡੀ ਬਿਠਾ ਕੇ ਤੁਰ ਪਿਆ। ਇਹ ਸੋਚਣ ਦੀ ਗੱਲ ਹੈ, ਬੰਦੇ ਭਜਾਉਂਦੇ ਨੇ, ਚਾਹੇ ਸੈਂਟਰ ਵੀ ਲੜੀ ਇਹਨਾਂ ਨਾਲ, ਸੈਂਟਰ ਵੀ ਕੰਟਰੋਲ ਨਹੀਂ ਕਰਦੀ ਇਹਨਾਂ ਤੇ। ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂ ਨਵਦੀਪ ਜੀ, ਸਤਿ ਸ੍ਰੀ ਅਕਾਲ। ਕੰਗ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲਾਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਇਹ ਕੰਗ ਜੀ ਮਾਨਸਾ ਸੀਆਈ ਸਟਾਫ ਤੋਂ ਹੋਇਆ ਨਾ ਇਹ ਸਾਰਾ ਕਾਂਡ? ਜੀ 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 ਹਾਂ, ਇਹ ਗੱਲ ਇਹ ਹੈ ਜੀ ਜਿਹੜੀ ਇੰਸਪੈਕਟਰ ਦੀ ਗੱਲ ਆ, ਜਦੋਂ ਪੁਲਿਸ ਲੈ ਕੇ ਆਉਂਦੀ ਹੈ ਪਹਿਲਾਂ ਤਾਂ ਪਿਛੋਕੜ ਦੇਖਿਆ ਜਾਂਦਾ, ਜਿਵੇਂ ਤੁਸੀਂ 2017 ਦੀ ਗੱਲ ਕੀਤੀ ਉਦੋਂ ਮਿਰਚਾਂ ਪਾ ਕੇ ਭੱਜਿਆ ਸੀਗਾ। ਜੇ ਉਹ ਪਿਛੋਕੜ ਦੇਖਿਆ ਗਿਆ ਤਾਂ ਕੱਲਾ ਇਹਦੇ ਵਿੱਚ ਇੰਸਪੈਕਟਰ ਨਹੀਂ ਹੋ ਸਕਦਾ, ਸਾਥ ਦੇ ਵਿੱਚ ਹੋਰ ਵੀ ਹੋ ਸਕਣਗੇ। ਜਿਵੇਂ ਉੱਥੋਂ ਇੱਕ ਗੁਪਤ ਮੁਲਾਜ਼ਮ ਨੇ ਦਿੱਤੀ ਹੈ ਵੀ ਇਹ ਕੱਲਾ ਲੈ ਕੇ ਜਾ ਰਿਹਾ ਹੈਗਾ, ਇਹ ਇਹਨਾਂ ਦੇ ਵੱਡੇ ਅਫਸਰਾਂ ਦੇ ਉੱਥੇ ਛੱਡੇ ਹੁੰਦੇ ਨੇ ਸੂਚੀ ਵੀ ਇੰਸਪੈਕਟਰ ਕੀ ਕਰ ਰਿਹਾ। ਜੇ ਉਹਨੇ ਸੂਹ ਸਹੀ ਦਿੱਤੀ ਹੈ ਤਾਂ ਵੱਡੇ ਅਫਸਰ ਵੀ ਇਹਦੇ ਵਿੱਚ ਇਨਵੋਲਵ ਲਾਜ਼ਮੀ ਹੋਣਗੇ। ਤੇ ਦੂਸਰੀ ਗੱਲ ਉੱਥੇ ਜਦੋਂ ਲੈ ਕੇ ਜਾ ਰਿਹਾ ਉੱਥੇ ਗਰਲ ਫਰੈਂਡ ਦਾ ਵੀ ਨਾਮ ਆ ਰਿਹਾ, ਉਹ ਪੱਤਰਕਾਰੀ ਪੁੱਛ ਰਹੇ ਨੇ
ਜੇ ਉਹ ਹੈਗਾ ਤਾਂ ਉਹਦੀ ਮੋਬਾਈਲ ਦੀ ਫੋਰੈਂਸਿਕ ਜਾਂਚ ਹੈ ਜਿਹੜੀ ਇੰਸਪੈਕਟਰ ਦੀ, ਉਹ ਵੀ ਇਹਨਾਂ ਨੇ ਕੀਤੀ ਨਹੀਂ ਹੈਗੀ। ਜੇ ਉਹਨਾਂ ਦਾ ਵੱਡੇ ਅਫਸਰਾਂ ਦਾ ਹੱਥ ਨਹੀਂ ਹੈਗਾ ਤਾਂ ਇਹਦੇ ਪਿੱਛੇ ਮਤਲਬ ਉਹ ਇੰਸਪੈਕਟਰ ਤੋਂ ਵੀ ਪੁੱਛ ਪੜਤਾਲ ਕਰਨੀ ਬੰਦੇ ਵੀ ਤੇਰੇ ਉੱਤੇ ਕਿਹਦਾ ਪ੍ਰੈਸ਼ਰ ਸੀਗਾ, ਉਹ ਵੀ ਨਹੀਂ ਕੀਤਾ। ਇੱਕ FIR ਕਰਤੀ, ਕਾਲਾ ਮਾਲਾ ਜਾ ਹੋਇਆ, ਹੋਰ ਕੁਛ ਨਹੀਂ ਇਹਦੇ ਵਿੱਚ ਬਾਹਲੀ ਵੱਡੀ ਗੱਲ ਹੋਈ। ਪਰ ਜਿਹੜਾ ਗੈਂਗਸਟਰ ਵਾਰ ਆ ਇੰਨੀ ਉਹਨੂੰ ਖੁੱਲ੍ਹ ਦੇਣੀ ਬਹੁਤ ਵੱਡੀ ਗਲਤੀ ਆ। ਫੌਰਨ ਦੇ ਵਿੱਚ ਹੱਥ ਖੜੀ ਕਿਵੇਂ ਲਾਉਂਦੇ ਨੇ, ਅੱਗੇ ਨਹੀਂ ਲਾਉਂਦੇ, ਉਹ ਪਿੱਛੇ ਹੱਥ ਖੜੀ ਲਾਉਂਦੇ ਨੇ। ਉਹ ਐਡਾ ਗੈਂਗਸਟਰ ਇੰਨਾ ਭਿਆਨਕ ਹੋਵੇ ਉਹ ਤੇ ਇੰਨੀ ਖੁੱਲ੍ਹ ਦੇਣੀ, ਇਹ ਪੁਲਿਸ ਦੀ ਬਹੁਤ ਨਲਾਇਕੀ ਹੈਗੀ ਇਸ ਗੱਲ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਪੱਖ ਰੱਖਿਆ। ਅਗਲੇ ਕਾਲਰ ਦੇ ਨਾਲ ਵੀ ਪੜਾਂ ਕੀਤੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂ, ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਬੇਟੇ ਗੱਲ ਇਹ ਹੈ ਮੇਰੀ ਤਾਂ ਬਈ ਜਿਹੜਾ ਇਹ ਆਮ ਆਦਮੀ ਪਾਰਟੀ ਹੈ ਨਾ ਤੇ ਭਾਰਤ ਵਿੱਚ ਹੈ ਭਾਰਤੀ ਜਨਤਾ ਪਾਰਟੀ, ਇਹ ਸਾਰਾ ਕੁਝ ਚੱਕਰਵਿਊ ਇਹਨਾਂ ਦਾ ਹੀ ਹੈ, ਸੈਂਟਰ ਵਾਲਿਆਂ ਦਾ। ਕਿਉਂਕਿ ਐਡਾ ਖਤਰਨਾਕ ਕੈਦੀ ਹੋਵੇ ਤੇ ਉਹ ਵੀ ਪੁਲਿਸ ਦੀ ਹਿਰਾਸਤ ਵਿੱਚੋਂ ਕਿੱਦਾਂ ਨਿਕਲ ਸਕਦਾ ਹੈ? ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਇਹ ਬਿਨਾਂ ਕਿਸੇ ਚਾਲ ਤੋਂ ਨਹੀਂ ਨਿਕਲ ਸਕਿਆ। ਕਿਉਂਕਿ ਇਹ ਚਾਹੁੰਦੇ ਆ ਵੀ ਹੁਣ ਬਾਹਰ ਵੋਟਾਂ ਪੈਣੀਆਂ, ਗੁਜਰਾਤ ਵਿੱਚ ਵੀ, ਹਿਮਾਚਲ 'ਚ ਵੀ, ਇਹਨਾਂ ਨੂੰ ਗੌਰਮੈਂਟ ਨੂੰ ਲਿਜਾ ਰੱਖੀਏ। ਸੈਂਟਰਲ ਗੌਰਮੈਂਟ ਦੀ ਚਾਲ ਹੈ, ਕਿਉਂਕਿ ਇਹ ਹੋਰ ਕੁਛ ਚੱਕਰ ਨਹੀਂ ਹੈਗਾ। ਹਾਂ, ਇਹ ਨਹੀਂ ਬੰਦਾ ਜਾ ਸਕਦਾ, ਇਹ ਕਦੇ ਵੀ ਨਹੀਂ ਜਾ ਸਕਦਾ। 4 ਬੰਦੇ ਨਾਲ ਹੋਣ, ਸੋਪੀ ਵੀ ਹੋਣ, ਸਾਦੇ ਵੀ ਹੋਣ, ਉਹ ਵੀ ਨਹੀਂ ਬੰਦੇ ਨਹੀਂ ਜਾਣ ਦਿੰਦੇ। ਤਾਂ ਪੁਲਿਸ ਦੀ ਹਿਰਾਸਤ ਵਿੱਚੋਂ ਬੰਦਾ ਕਿੱਦਾਂ ਨਿਕਲ ਜੂਗਾ? ਕਦੇ ਨਹੀਂ ਨਿਕਲ ਸਕਦਾ। ਇਹ ਇਹਨਾਂ ਨੇ ਸਿਰਫ ਮਾਹੌਲ ਕਰਨਾ 84 ਵਾਲਾ। ਇਹ ਤਾਕ ਵਿੱਚ ਬੈਠੀ ਸੈਂਟਰ ਗੌਰਮੈਂਟ ਵੀ ਪੰਜਾਬ ਤੋਂ ਖੁੰਝੇ ਲਾ ਕੇ ਵੀ ਬਾਕੀ ਅਸੀਂ ਕਿਸੇ ਪਾਰਟੀ ਨੂੰ ਉੱਠਣ ਨਾ ਦੇਈਏ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਦੀਪਕ ਫਰਾਰ ਹੋ ਗਿਆ, ਕਿੱਧਰ ਗਿਆ, ਕਿਸਨੇ ਉਸਨੂੰ ਭਜਾਇਆ, ਉਸਦੇ ਪਿੱਛੇ ਕੀ ਵੱਡੀ ਸਿਆਸਤ ਹੈ ਜਾਂ ਕਿਡਨੈਪਿੰਗ ਕੇਸ ਹੈ ਜਾਂ ਫਿਰ ਪੈਸਿਆਂ ਦਾ ਲੈਣ ਦੇਣ ਹੈ? ਬਹੁਤ ਸਾਰੇ ਸਵਾਲ ਨੇ ਜਿਹੜੇ ਉੱਠ ਰਹੇ ਨੇ। ਪਰ ਉੱਥੇ ਹੀ ਜੇ ਦੂਜੇ ਪਾਸੇ ਵੇਖਿਆ ਜਾਵੇ ਕਿ ਇੱਕ ਮੈਂ ਅਕਸਰ ਇਹੀ ਗੱਲ ਕਰਦੀ ਹੁੰਦੀ ਹਾਂ ਕਿ ਮਾਪਿਆਂ ਦਾ 6 ਫੁੱਟ ਲੰਮਾ ਗੱਭਰੂ ਹੈ ਨਾ, ਜਿਸ ਦਾ ਸੰਸਾਰ ਭਰ ਦੇ ਵਿੱਚ ਨਾਮ ਸੀ, ਜਿਸ ਨੇ ਦੁਨੀਆ ਦਾ ਦਿਲ ਜਿੱਤਿਆ, ਉਸ ਨੂੰ ਕਤਲ ਕਰ ਦਿੱਤਾ ਗਿਆ। ਉਹ ਮਾਪਿਆਂ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ, ਵੀਡੀਓਜ਼ ਦੇਖਦੇ ਆ ਕਿ ਕੀ ਸੀਗੇ ਤੇ ਕੀ ਬਣ ਗਏ ਆਪਣੇ ਪੁੱਤ ਦੇ ਵਿਰਾਗ ਦੇ ਵਿੱਚ, ਤਾਂ ਉਹਨਾਂ ਤੇ ਕੀ ਬੀਤੀ ਹੋਏਗੀ। ਤਾਂ ਉਹਨਾਂ ਦਾ ਲੋਕ ਕਹਿੰਦੇ ਨੇ, ਪ੍ਰਸ਼ਾਸਨ ਕਹਿੰਦਾ ਹੈ ਕਿ ਉਹ ਤਾਂ ਜੀ ਪੁਲਿਸ ਦੇ ਖਿਲਾਫ ਬੋਲਦੇ ਨੇ, ਉਹ ਤਾਂ ਜੀ ਸਰਕਾਰਾਂ ਦੇ ਖਿਲਾਫ ਬੋਲਦੇ ਨੇ। ਸਰਕਾਰਾਂ ਦੇ ਖਿਲਾਫ, ਪੁਲਿਸ ਦੇ ਖਿਲਾਫ ਬੋਲਣਾ ਬਣਦਾ ਹੈ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਆਖਿਰਕਾਰ ਉਹਨਾਂ ਦੇ ਪੁੱਤਰ ਦੇ ਅਸਲੀ ਕਾਤਲ ਕੌਣ ਨੇ। ਤੇ ਜਦੋਂ ਕੋਈ ਫੜ ਕੇ ਐ ਲੱਗਦਾ ਵੀ ਹਾਂ ਠੀਕ ਹੈ ਤੇ ਹੁਣ ਕੁਛ ਨਾ ਕੁਛ ਹੱਲ ਨਿਕਲੇਗਾ, ਕੋਈ ਨਾ ਕੋਈ ਸੁਰਾਗ ਮਿਲੇਗਾ, ਸ਼ਾਇਦ ਉਸ ਬੰਦੇ ਤੱਕ ਹੱਥ ਪਹੁੰਚ ਸਕਣ, ਪਰ ਹੱਥ ਪਹੁੰਚਦੇ ਬੰਦੇ ਹੀ ਫਰਾਰ ਹੋ ਜਾਂਦੇ ਨੇ। ਤਾਂ ਘਰ ਦੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਿਉਂ ਨਾ ਸਵਾਲ ਕਰਨ, ਸਵਾਲ ਕਰਨੇ ਤਾਂ ਜੀ ਬਣਦੇ ਨੇ। ਤੇ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹਨਾਂ ਦੇ ਮਾਤਾ ਜੀ ਵੱਲੋਂ ਇੱਕ WhatsApp ਨੰਬਰ ਵੀ ਜਾਰੀ ਕਰਨ ਦੀ ਗੱਲ ਕਹੀ ਗਈ ਹੈ ਕਿ ਇੱਕ WhatsApp ਨੰਬਰ ਜਾਰੀ ਕੀਤਾ ਜਾਏਗਾ ਮੇਰੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ। ਜਿੱਥੇ ਜਿੱਥੇ ਮੈਨੂੰ ਜਾਣਾ ਪਿਆ ਮੈਂ ਉੱਥੋਂ ਤੱਕ ਜਾਵਾਂਗੀ। ਪਰ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਹਿੰਮ ਦੇ ਵਿੱਚ ਮੇਰਾ ਸਾਥ ਦਿੱਤਾ ਜਾਵੇ ਤੇ ਮੈਂ ਤੁਹਾਨੂੰ ਦੱਸਾਂਗੀ ਕਦੋਂ, ਕਿੱਥੇ ਤੇ ਕਿਵੇਂ, ਕਿਹੜਾ ਮਾਰਚ ਕੱਢਣਾ। ਬਲਦੀਪ ਜੀ ਕੀ ਕਹੋਗੇ? ਬਿਲਕੁਲ ਨਵਦੀਪ, ਕੱਲ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦਾ ਵੀ ਦਰਦ ਛਲਕਿਆ ਹੈਗਾ ਤੇ ਉਹਨਾਂ ਨੇ ਵੀ ਘਟਨਾ ਦੀ ਨਿੰਦਾ ਤਾਂ ਚਲੋ ਕਰਨੀ ਹੀ ਸੀ, ਜਿਹੜਾ ਗੈਂਗਸਟਰ ਫਰਾਰ ਹੋਇਆ। ਨਾਲ ਦੀ ਨਾਲ ਉਹਨਾਂ ਨੇ ਦੁੱਖ ਵੀ ਜ਼ਾਹਰ ਕੀਤਾ ਕਿ ਹੁਣ ਨਹੀਂ ਸਾਨੂੰ ਲੱਗਦਾ ਕਿ ਇਨਸਾਫ ਮਿਲੇਗਾ। ਇਸ ਚੀਜ਼ ਦਾ ਜ਼ਿਕਰ ਉਹਨਾਂ ਦੇ ਮਾਤਾ ਜੀ ਸਿੱਧੂ ਮੂਸੇਵਾਲਾ ਦੇ ਉਹ ਕਰਦੇ ਨਜ਼ਰ ਆਏ। ਕਹਿੰਦੇ ਕਿ ਅਗਰ ਗੈਂਗਸਟਰ ਫਰਾਰ ਹੋ ਰਹੇ ਨੇ ਤਾਂ ਹੁਣ ਉਮੀਦ ਨਹੀਂ ਲੱਗਦੀ ਕਿ ਸਾਨੂੰ ਕੋਈ ਸਾਨੂੰ ਇਨਸਾਫ ਜਿਹੜਾ ਮਿਲੇਗਾ। ਬਾਕੀ ਜਿਵੇਂ ਤੁਸੀਂ ਕੈਂਡਲ ਮਾਰਚ ਦਾ ਜ਼ਿਕਰ ਕੀਤਾ, ਇਸ ਚੀਜ਼ ਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਅਗਰ ਕੋਈ ਵੀ ਜਿਹੜੇ ਲੋਕ ਨੇ ਉਹ ਆਪਣੇ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ ਕੈਂਡਲ ਮਾਰਚ ਕਰਾਉਣਾ ਚਾਹੁੰਦੇ ਨੇ ਤੇ ਸਾਡੇ ਨਾਲ ਉਹ ਸੰਪਰਕ ਕਰਨ, ਇਸ ਚੀਜ਼ ਦਾ ਵੀ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ। ਤਾਂ ਦੁਖੀ ਜ਼ਰੂਰ ਨੇ ਨਵਦੀਪ, ਕਿਉਂਕਿ ਹੁਣ ਕਈ ਮਹੀਨੇ ਬੀਤ ਚੁੱਕੇ ਨੇ। ਗੈਂਗਸਟਰਾਂ ਨੂੰ ਚਲੋ ਹਾਲੇ ਤੱਕ ਤਾਂ ਇਹੀ ਗੱਲ ਸੀਗੀ ਕਿ ਗੈਂਗਸਟਰ ਫੜੇ ਨੇ ਜੀ, ਇੰਟੈਰੋਗੇਸ਼ਨ ਹੋ ਰਹੀ ਹੈ ਜੀ, ਕੋਈ ਚੀਜ਼ ਨਿਕਲ ਕੇ ਸਾਹਮਣੇ ਆਏਗੀ, ਕਿਸੇ ਨੂੰ ਸਜ਼ਾ ਹੋਏਗੀ। ਹੁਣ ਤਾਂ ਪਰ ਜਿਸ ਤਰੀਕੇ ਨਾਲ ਗੈਂਗਸਟਰ ਫਰਾਰ ਹੋ ਗਿਆ, ਜਿਹੜਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿਸ ਦਾ ਨਾਮ ਆ ਰਿਹਾ, ਤਾਂ ਫਿਰ ਆਪਣੇ ਆਪ ਡਿਸਅਪੁਆਇੰਟ ਤਾਂ ਸਿੱਧੂ ਮੂਸੇਵਾਲਾ ਦੇ ਮਾਪੇ ਹੋਣਗੇ ਨਾ ਕਿ ਅਗਰ ਉਹ ਫੜੇ ਹੋਏ ਗੈਂਗਸਟਰ ਫਰਾਰ ਹੋ ਰਹੇ ਨੇ ਤਾਂ ਇਨਸਾਫ ਦੀ ਉਮੀਦ ਨਹੀਂ ਲੱਗਦੀ। ਜੀ ਬਿਲਕੁਲ, ਤੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਗੁਪਤਾ ਜੀ, ਸਵਾਗਤ ਹੈ ਜੀ ਤੁਹਾਡਾ। मेरा क्वेश्चन कुछ हटके है जी जी
मैं जानना चाहता हूँ, ये मोदी ने गुजरात में बहुत तरक्की की है, बुलेट ट्रेन चलाई है, मेट्रो चलाई है, पंजाब में मेट्रो कब आएगी? पंजाब जी जी पंजाब मेट्रो कब आएगी? सभी शहर में मेट्रो आ गई जी। बहुत ਵੱਡਾ ਸਵਾਲ ਹੈ ਜਿਹੜਾ ਗੁਪਤਾ ਜੀ ਵੱਲੋਂ ਕੀਤਾ ਗਿਆ। ਜੀ 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 ਮੈਟਰੋ ਤਾਂ ਦੇਖੋ ਨਵਦੀਪ ਪਤਾ ਨਹੀਂ ਕਦੋਂ ਆਏਗੀ, ਇਹ ਤਾਂ ਹੁਣ ਮੋਦੀ ਸਾਹਿਬ ਹੀ ਦੱਸ ਸਕਦੇ ਨੇ, ਜਿਹੜੇ ਜਾਪਾਨ ਦੀ ਕੰਪਨੀ ਦੇ ਨਾਲ ਮਿਲ ਕੇ ਜਾਂ ਦੂਜੀ ਕਿਹੜੀ ਆ ਬੁਲੇਟ ਟ੍ਰੇਨ ਦੀ ਗੱਲ ਹੁੰਦੀ ਆ, ਬੁਲੇਟ ਟ੍ਰੇਨ ਦੀ ਗੱਲ ਕਰਦੇ ਨੇ। ਸੋ ਪੰਜਾਬ ਦੇ ਵਿੱਚ ਤਾਂ ਮੈਟਰੋ ਕਦੋਂ ਆਏਗੀ ਇਸ ਦਾ ਤਾਂ ਖੈਰ ਹਾਲੇ ਕੁਝ ਕਹਿ ਨਹੀਂ ਸਕਦੇ। ਦੂਜੀਆਂ ਸੁਵਿਧਾਵਾਂ ਹੀ ਚੰਗੀ ਤਰੀਕੇ ਨਾਲ ਮਿਲ ਜਾਣ ਉਹੀ ਆਪਣੇ ਆਪ 'ਚ ਕਾਫੀ ਹੈ ਜੀ। ਬਿਲਕੁਲ, ਤੇ ਜਿਹੜੀਆਂ ਰੇਲ ਗੱਡੀਆਂ ਪਹਿਲਾਂ ਚੱਲ ਰਹੀਆਂ ਨੇ, ਬੱਸਾਂ ਪਹਿਲਾਂ ਚੱਲ ਰਹੀਆਂ ਨੇ, ਜੇ ਉਹਨਾਂ ਦੀ ਟਾਈਮਿੰਗ ਹੀ ਸੁਧਰ ਜਾਵੇ ਤਾਂ ਬਹੁਤ ਵੱਡੀ ਗੱਲ ਹੈ ਕਿ ਨਹੀਂ। ਜਿਵੇਂ ਸਵਾਰੀਆਂ ਨੂੰ ਸਫ਼ਰ ਕਰਨਾ ਪੈਂਦਾ, ਯਾਤਰੀਆਂ ਨੂੰ ਸਮੇਂ ਤੇ ਕੋਈ ਪਹੁੰਚ ਨਹੀਂ ਪਾਉਂਦਾ। ਸੋ ਬਹੁਤ ਸਾਰੇ ਸਵਾਲ ਨੇ। ਤਾਂ ਗੁਪਤਾ ਜੀ ਜਿਹੜਾ ਤੁਹਾਡਾ ਸਵਾਲ ਹੈ ਬਿਲਕੁਲ ਜਾਇਜ਼ ਹੈ। ਵੈਸੇ ਨਵਦੀਪ ਇਹ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਹੈ ਜਿਹੜੀ ਵੰਦੇ ਭਾਰਤ ਇੱਕ ਇਹਨਾਂ ਨੇ ਟ੍ਰੇਨ ਚਲਾਈ ਹੈ, ਕਾਫੀ ਉਹ ਵੀ ਅੱਛੀ ਟ੍ਰੇਨ ਹੈਗੀ ਹੈ। ਉਹ ਜਿਹੜੀ ਆ ਉਹ ਵਾਇਆ ਪਠਾਨਕੋਟ ਮੇਰੇ ਖਿਆਲ ਜੰਮੂ ਕਸ਼ਮੀਰ ਜਾਂਦੀ ਹੈਗੀ ਹੈ ਵੈਸ਼ਨੋ ਦੇਵੀ। ਉਹ ਸ਼ਾਇਦ ਉੱਦਾਂ ਦਾ ਕੁਛ ਆਪਰੇਟ ਸ਼ਾਇਦ ਟ੍ਰੇਨਾਂ ਚੱਲਣ ਆਉਣ ਵਾਲੇ ਟਾਈਮ ਦੇ ਵਿੱਚ, ਔਰ ਉਸ ਦੇ ਉੱਪਰ ਸਰਕਾਰ ਕੰਮ ਕਰ ਰਹੀ ਹੈਗੀ ਹੈ। ਉਹ ਵੀ ਕਾਫੀ ਅੱਛੀ ਟ੍ਰੇਨ ਜਿਹੜੀ ਆ, ਜਿੰਨਾ ਕਿ ਇਸੇ ਤਸਵੀਰਾਂ ਦੇ ਵਿੱਚ ਹੀ ਦੇਖੀ ਹੈ, ਉਹ ਦੇਖਣ ਦੇ ਵਿੱਚ ਕਾਫੀ ਅੱਛੀ ਹੈਗੀ ਆ। ਇਸ ਤੋਂ ਪਹਿਲਾਂ ਹੋਰ ਵੀ ਜਿਹੜੀਆਂ ਟ੍ਰੇਨਸ ਚੱਲ, ਜਿਵੇਂ ਸ਼ਤਾਬਦੀ ਵਗੈਰਾ ਚੱਲਦੀ ਹੈ ਪੰਜਾਬ ਦਿੱਲੀ ਤੋਂ ਅੰਮ੍ਰਿਤਸਰ ਦੇ ਲਈ, ਤਾਂ ਉਹ ਟ੍ਰੇਨਾਂ ਵੀ ਅੱਛੀਆਂ ਹੈਗੀਆਂ ਨੇ। ਬੁਲੇਟ ਟ੍ਰੇਨ ਦਾ ਹਾਲ ਦੀ ਘੜੀ ਪੰਜਾਬ 'ਚ ਕਿਤੇ ਕੋਈ ਜ਼ਿਕਰ ਨਾ ਕੋਈ ਪਾਰਟੀ ਕਰਦੀ ਹੈ ਨਾ ਕੋਈ ਕੇਂਦਰ ਹੀ ਕਰਦਾ ਇਸ ਬਾਰੇ। ਜੀ ਬਿਲਕੁਲ। ਫਿਰ ਐਵੇਂ ਥੋੜਾ ਕਿ ਅਕਸਰ ਕੇਂਦਰ ਤੇ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਜਿਹੜਾ ਉਹ ਕੀਤਾ ਜਾਂਦਾ। ਬਿਲਕੁਲ ਬਿਲਕੁਲ। ਤੇ ਅਗਲੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ ਜੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮਾਫੀ ਚਾਹਾਂਗੇ ਕਿ ਜਿਹੜੀ ਕਾਲ ਹੈ ਉਹ ਡ੍ਰੌਪ ਹੋ ਗਈ ਹੈ। ਤਾਂ ਇਸ ਦੇ ਨਾਲ ਹੀ ਆਪਾਂ ਇੱਕ ਅਹਿਮ ਮਸਲਾ ਜਿਸ 'ਤੇ ਗੱਲਬਾਤ ਕਰਨੀ ਬਣਦੀ ਹੈ ਕਿ ਅਕਸਰ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਨੇ ਬਹੁਤ ਜ਼ਿਆਦਾ ਤਸ਼ੱਦਦ ਸਹੇ, ਪੰਜਾਬ ਦੇ ਲੋਕਾਂ ਦੇ ਸੀਨਿਆਂ 'ਤੇ ਜੋ ਪੀੜ ਹੈ ਉਹ ਕਦੇ ਨਾ ਨੱਪਣ ਵਾਲੀ ਹੈ। ਬੇਸ਼ੱਕ ਉਹ 47 ਦਾ ਦਰਦ ਹੋਵੇ, ਬੇਸ਼ੱਕ ਉਹ 78 ਦਾ ਦਰਦ ਹੋਵੇ, ਬੇਸ਼ੱਕ ਉਹ 84 ਦਾ ਦਰਦ ਹੋਵੇ, ਜਾਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜੋ ਪੰਜਾਬ ਦੇ ਵਿੱਚ ਹੁੰਦੀਆਂ ਰਹੀਆਂ। ਸਾਡੇ ਆਪਣਿਆਂ ਨੇ ਹੀ ਸਾਡੇ ਤੇ ਵਾਰ ਕੀਤੇ ਤੇ ਕਿਸੇ ਤੋਂ ਕੁਝ ਕਹਿਣ ਦੀ, ਕਿਸੇ ਤੋਂ ਕੁਝ ਇਨਸਾਫ ਦੀ ਉਮੀਦ ਹੈ ਜਿਹੜੀ ਉਹ ਵੀ ਨਹੀਂ ਰੱਖ ਸਕਦੇ, ਕਿਉਂਕਿ ਬਹੁਤ ਸਾਲ ਹੋ ਗਏ ਨੇ ਅਦਾਲਤਾਂ ਦੇ ਧੱਕੇ ਖਾਂਦਿਆਂ ਨੂੰ। ਬਹੁਤ ਐਸੇ ਲੋਕ ਨੇ ਜਿਹੜੇ ਵਿਚਾਰੇ ਪੇਪਰ ਵੀ ਜਲ ਗਏ ਤੇ ਆਪ ਵੀ ਇਸ ਦੁਨੀਆ ਤੋਂ ਚਲੇ ਗਏ, ਹਲੇ ਤੱਕ ਇਨਸਾਫ ਦੀ ਉਡੀਕ ਦੇ ਵਿੱਚ। ਉਹ ਕੇਸ, ਉਹ ਫਾਈਲਾਂ ਹਲੇ ਵੀ ਉੱਥੇ ਹੀ ਬੰਦ ਪਈਆਂ ਨੇ। ਕਈਆਂ ਦੇ ਕੇਸ ਹਲੇ ਵੀ ਚੱਲ ਰਹੇ ਨੇ, ਮਾਪੇ ਭਟਕ ਰਹੇ ਨੇ, ਰਿਸ਼ਤੇਦਾਰ ਭਟਕ ਰਹੇ ਨੇ, ਭੈਣ ਭਰਾ ਭਟਕ ਰਹੇ ਨੇ ਵੀ ਸ਼ਾਇਦ ਸਾਡਿਆਂ ਨੂੰ ਜਿਹੜਾ ਇਨਸਾਫ ਹੈ ਉਹ ਮਿਲੇ, ਪਰ ਅਦਾਲਤਾਂ ਇਨਸਾਫ ਨਹੀਂ ਦੇ ਰਹੀਆਂ। ਪਤਾ ਨਹੀਂ ਕੀ ਕਾਰਨ ਹੈ, ਪਰ ਫਿਰ ਵੀ ਕਹਿੰਦੇ ਨੇ ਕਿ ਜੋ ਹੋਇਆ ਜਿਵੇਂ ਹੋਇਆ ਉਹ ਕਾਂਡ ਕਦੇ ਨਾ ਕਦੇ ਤਾਂ ਉਜਾਗਰ ਹੁੰਦਾ ਹੀ ਹੈ, ਸੰਸਾਰ ਭਰ ਦੇ ਵਿੱਚ ਫੈਲਦਾ ਹੀ ਹੈ। ਸੋ ਇਸੇ ਦੀ ਜੇ ਗੱਲ ਕੀਤੀ ਜਾਵੇ ਕਿ 1984 ਕਤਲੇਆਮ ਦੀ ਜੇ ਗੱਲ ਕੀਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਹੋਇਆ, ਕਿਵੇਂ ਹੋਇਆ, ਕਿੰਨੀਆਂ ਫਿਲਮਾਂ ਬਣੀਆਂ, ਉਹ ਲੋਕ ਅੱਜ ਵੀ ਚਸ਼ਮਦੀਦ ਗਵਾਹ ਨੇ। ਅੱਜ ਵੀ ਟੈਲੀਵਿਜ਼ਨਾਂ ਤੇ ਅਖਬਾਰਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਛਪਦੀਆਂ ਨੇ। ਉਹ ਦੱਸਦੇ ਨੇ ਕਿ ਕੀ ਸਾਡੇ ਪਰਿਵਾਰਾਂ ਦੇ ਨਾਲ ਹੋਇਆ, ਕੀ ਸਾਡੇ ਨਾਲ ਹੋਇਆ, ਕਿਵੇਂ ਅਸੀਂ ਜਾਨ ਬਚਾਈ, ਕਿਵੇਂ ਸਾਡੇ ਸਾਹਮਣੇ ਹੀ ਸਾਡੇ ਹੀ ਆਪਣੇ ਦੇ ਗਲਾਂ 'ਚ ਟਾਇਰ ਪਾ ਕੇ ਕਿਵੇਂ ਉਹਨਾਂ ਨੂੰ ਜਲਾ ਦਿੱਤਾ ਗਿਆ, ਬੱਚਿਆਂ ਦੇ ਨਾਲ ਕੀ ਹੋਇਆ, ਔਰਤਾਂ ਦੇ ਨਾਲ ਕੀ ਹੋਇਆ, ਕਿਵੇਂ ਉਹਨਾਂ ਦੀ ਪੱਤ ਰੋਲੀ ਗਈ। ਸੋ ਹੁਣ ਉਹ ਮਸਲੇ ਨੇ ਜਿਹੜੇ ਉਹ ਅਮਰੀਕਾ ਦੇ ਵਿੱਚ ਵੀ ਗੂੰਜਣੇ ਸ਼ੁਰੂ ਹੋ ਗਏ ਨੇ। ਅਮਰੀਕਾ ਦੇ ਵਿੱਚ ਜਾਂ ਬਾਕੀ ਦੁਨੀਆ ਦੇ ਹਿੱਸਿਆਂ ਦੇ ਵਿੱਚ ਪੰਜਾਬੀ ਰਹਿੰਦੇ ਨੇ, ਉਹਨਾਂ ਹੀ ਪੀੜਾਂ 'ਚੋਂ ਉਹ ਲੰਘੇ ਨੇ, ਤਾਂ ਹੀ ਉਹ ਭਾਰਤ ਛੱਡ ਕੇ ਭੱਜੇ ਨੇ ਕਿ ਇੱਥੇ ਕੋਈ ਸੁਣਵਾਈ ਨਹੀਂ ਹੈ। ਪਰ ਫਿਰ ਵੀ ਉਹ ਦਰਦ ਉਹਨਾਂ ਦੇ ਸੀਨਿਆਂ ਦੇ ਵਿੱਚ ਹੈ ਤੇ ਉਹ ਇਨਸਾਫ ਦੀ ਮੰਗ ਕਰਨ ਦੇ ਲਈ ਉੱਥੋਂ ਤੱਕ ਪਹੁੰਚ ਗਏ ਨੇ। ਤੇ ਹੁਣ ਜਦੋਂ ਉਹਨਾਂ ਦੀਆਂ ਉੱਥੋਂ ਦੀਆਂ ਸਰਕਾਰਾਂ, ਵਿਕਸਿਤ ਮੁਲਕਾਂ ਦੀਆਂ ਸਰਕਾਰਾਂ ਦੇ ਨਜ਼ਰਾਂ ਦੇ ਵਿੱਚ ਇਹ ਮਾਮਲੇ ਆਏ ਨੇ, ਤਾਂ ਤੁਹਾਨੂੰ ਇਹ ਦੱਸ ਦਈਏ ਕਿ ਅਮਰੀਕਨ ਸਰਕਾਰ ਦੇ ਵਿੱਚ ਇਹ ਮਸਲਾ ਆਇਆ ਤਾਂ ਉਹਨਾਂ ਨੇ ਤਾਂ 1984 ਨੂੰ ਵਿਕਸਿਤ ਭਾਰਤ ਦਾ ਸਭ ਤੋਂ ਕਾਲਾ ਸਾਲ ਐਲਾਨ ਦਿੱਤਾ ਹੈ। ਬਲਦੀਪ ਜੀ ਬਿਲਕੁਲ ਬਿਲਕੁਲ ਨਵਦੀਪ, ਜਿਹੜਾ ਹੁਣ ਆਪਾਂ ਖਬਰ ਤੇ ਗੱਲ ਕਰਨ ਜਾ ਰਹੇ ਹਾਂ, 1984 ਸਿੱਖ ਨਸਲਕੁਸ਼ੀ ਜਿਹੜੀ ਹੋਈ ਸੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਔਰ ਵੱਖ-ਵੱਖ ਸ਼ਹਿਰ ਸੀ ਜਿਹੜੇ ਬੇਸਿਕਲੀ ਜਦੋਂ 1984 ਦਾ ਜ਼ਿਕਰ ਹੁੰਦਾ ਤਾਂ ਦਿੱਲੀ ਦਾ ਹੀ ਜ਼ਿਕਰ ਹੁੰਦਾ ਕਿ ਦਿੱਲੀ 'ਚ ਸਿੱਖਾਂ ਨੂੰ ਮਾਰਿਆ ਗਿਆ ਸੀ, ਟੌਰਚਰ ਕੀਤਾ ਗਿਆ ਸੀ, ਰੇਪ, ਮਾਸ ਰੇਪ ਹੋਏ ਸੀਗੇ। ਪਰ ਦਿੱਲੀ ਨਹੀਂ, ਦਿੱਲੀ ਤੋਂ ਇਲਾਵਾ ਬੜੇ ਸ਼ਹਿਰ ਨੇ ਇਹੋ ਜਿਹੇ
ਜਿਹੜੇ ਜਿਵੇਂ ਕਾਨਪੁਰ ਹੋ ਗਿਆ, ਲਖਨਊ ਹੋ ਗਿਆ, ਭੋਪਾਲ ਹੋ ਗਿਆ, ਇੰਦੌਰ ਹੋ ਗਿਆ, ਬੜੇ ਸ਼ਹਿਰ ਨੇ ਇੱਦਾਂ ਦੇ ਜਿੱਥੇ ਬਹੁਤ ਕੁਝ ਟ੍ਰੇਨਾਂ ਚੋਂ ਕੱਢ ਕੇ ਜਿਹੜਾ ਉਹਨਾਂ ਨੂੰ ਮਾਰਿਆ ਗਿਆ, ਜਲਾਇਆ ਗਿਆ। ਜੋ ਸਿੱਖ ਬੀਬੀਆਂ ਸੀ, ਔਰਤਾਂ ਸੀ, ਉਹਨਾਂ ਨਾਲ ਕੀ ਕੁਝ ਹੋਇਆ, ਸਟੋਰੀ ਜਦੋਂ ਪੜ੍ਹਦੇ ਆ ਤਾਂ ਲੂ ਕੰਡੇ ਖੜੇ ਹੋ ਜਾਂਦੇ ਨੇ ਵੀ ਇਹ ਇਸ ਮੁਲਕ ਦੇ ਵਿੱਚ ਵੀ ਜਿਹੜਾ ਉਹ ਇਸ ਤਰੀਕੇ ਦਾ ਹੋ ਸਕਦਾ ਹੈ ਜਾਂ ਹੋਇਆ ਹੈਗਾ। ਤੁਸੀਂ ਦੇਖਦੇ ਹੋ ਪਿਛਲੇ ਦਿਨੀ ਮੈਂ ਨਵਦੀਪ ਫਿਲਮ ਜਿਹੜੀ ਆ ਦਲਜੀਤ ਦੋਸਾਂਝ ਦੀ ਆਈ ਆ ਜੋਗੀ ਫਿਲਮ, ਥੋੜੇ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ, ਮੈਂ ਉਹ ਵੀ ਦੇਖੀ ਕਿਉਂਕਿ ਮੇਰਾ ਬੜਾ ਸ਼ੌਂਕ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਕੋਈ ਹਿਸਟੋਰਿਕ ਉਹਦੇ ਉੱਪਰ ਫਿਲਮ ਕੋਈ ਇੱਦਾਂ ਦੀ ਕੋਈ ਚੀਜ਼ ਬਣੇ ਤਾਂ ਉਹਨੂੰ ਜ਼ਰੂਰ ਦੇਖਣਾ ਚਾਹੀਦਾ। ਮੇਰੇ ਹਿਸਾਬ ਨਾਲ ਉਸ ਨੂੰ ਐਨਾਲਾਈਜ਼ ਕਰਨਾ ਚਾਹੀਦਾ ਵੀ ਕੀ ਉਹ ਵਾਕਈ ਸਹੀ ਐਂਗਲ ਤੋਂ ਬਣਾਈ ਹੈ ਜਾਂ ਕੀ ਉਹ 'ਚ ਦਿਖਾਇਆ ਗਿਆ। ਤਾਂ ਮੈਂ ਫਿਲਮ ਦੇਖਣ ਤੋਂ ਬਾਅਦ ਨਵਦੀਪ ਥੋੜਾ ਡਿਸਅਪੁਆਇੰਟ ਹੀ ਹੋਇਆ ਕਿ ਦਿਲਜੀਤ ਠੀਕ ਹੈ, ਦਿਲਜੀਤ ਤਾਂ ਬਹੁਤ ਅੱਛੇ ਸੰਵੇਦਨਸ਼ੀਲ ਮੁੱਦੇ ਅੱਜ ਕੱਲ੍ਹ ਚੱਕ ਰਹੇ ਨੇ, ਬਹੁਤ ਅੱਛੇ ਕਲਾਕਾਰ ਨੇ ਪੰਜਾਬੀ ਦੇ, ਔਰ ਪਰ ਜਿਵੇਂ ਦੀ ਡਾਇਰੈਕਸ਼ਨ ਉਹ ਫਿਲਮ ਦੇ ਵਿੱਚ ਕੀਤੀ ਗਈ ਹੈ, ਹਾਲਾਂਕਿ ਇਹ ਦਿਖਾਇਆ ਗਿਆ ਕਿ ਸਿੱਖਾਂ ਦੇ ਉੱਪਰ ਕਿਸ ਤਰੀਕੇ ਦਾ ਜ਼ਬਰ ਜ਼ੁਲਮ ਉਸ ਵੇਲੇ ਹੋਇਆ, ਪਰ ਨਾਲ ਦੀ ਨਾਲ ਉਹਦੇ ਵਿੱਚ ਐਂਗਲ ਜਿਹਨੂੰ ਆਪਾਂ ਕਹਿੰਦੇ ਨੇ ਕਿ ਕੋਈ ਫਿਲਮ ਜਾਂ ਕੋਈ ਚੀਜ਼ ਨੂੰ ਘੁਮਾ ਦੇਣਾ, ਕਿਸੇ ਹੋਰ ਐਂਗਲ ਤੋਂ ਦੇਖਣਾ, ਉਹਦੇ ਵਿੱਚ ਕੀ ਹੈ ਕਿ ਪੁਲਿਸ ਵਾਲੇ ਮਤਲਬ ਜਿਵੇਂ ਹੁਣ ਆਪਾਂ ਕਹਿ ਦਿੰਦੇ ਹਾਂ ਕਿ 1984 ਸਿੱਖ ਦੰਗਿਆਂ ਦੇ ਵਿੱਚ ਜਾਂ ਨਸਲਕੁਸ਼ੀ ਦੇ ਵਿੱਚ ਕੁਝ ਲੋਕ ਉਹ ਵੀ ਸੀ ਜਿਨ੍ਹਾਂ ਨੇ ਸਿੱਖਾਂ ਦੀ ਮਦਦ ਕੀਤੀ। ਮੰਨ ਲਓ ਵੀ ਜੇ 100 ਬੰਦੇ ਨੇ, 100 ਦੇ ਵਿੱਚੋਂ ਜੇ 70 ਨੇ 80 ਨੇ ਸਿੱਖਾਂ ਦੇ ਉੱਪਰ ਜ਼ੁਲਮ ਕੀਤਾ ਤਾਂ ਵਿੱਚੋਂ ਕੋਈ 10-20 ਬੰਦੇ ਇੱਦਾਂ ਦੇ ਵੀ ਸੀਗੇ ਵੀ ਜਿਨ੍ਹਾਂ ਨੇ ਮਾੜਾ ਮੋਟਾ ਕੋਈ ਆਪਣੇ ਘਰ ਦੇ ਵਿੱਚ ਪਨਾਹ ਦੇਤੀ ਜਾਂ ਕੋਈ ਪੁਲਿਸ ਵਾਲੇ ਨੇ ਮਾੜਾ ਮੋਟਾ ਕੋਈ ਹੈਲਪ ਕਰਤੀ, ਉਹ ਵੀ ਸੀ। ਪਰ ਹੁਣ ਜੇ ਆਪਾਂ ਉਹ ਜਿਹੜਾ 10 ਬੰਦੇ ਨੇ 100 ਦੇ ਵਿੱਚੋਂ ਉਹਨੂੰ ਆਪਾਂ ਲਾਰਜਰ ਪਿਕਚਰ ਤੇ ਲੈ ਆਈਏ, ਵੱਡਾ ਕਰਕੇ ਦਿਖਾ ਦਈਏ ਕਿ ਦੇਖੋ ਜੀ ਬੜਾ ਉਹਨਾਂ ਨੇ ਮਦਦ ਕੀਤੀ ਆ ਜੀ ਬੜਾ, ਤਾਂ ਮੈਨੂੰ ਲੱਗਦਾ ਵੀ ਉਹ ਸਹੀ ਐਂਗਲ ਨਹੀਂ ਹੈਗਾ। ਉਹ 90 ਬੰਦਿਆਂ ਨੇ ਜੋ ਕੁਝ ਜ਼ੁਲਮ ਢਾਇਆ ਸਿੱਖ ਕੌਮ ਦੇ ਉੱਪਰ, ਸਿੱਖ ਲੋਕਾਂ ਦੇ ਉੱਪਰ, ਉਹ ਆਈ ਥਿੰਕ ਉਹ ਪਰਦੇ ਦੇ ਉੱਪਰ ਪੋਰਟਰੇ ਕਰਨਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ, ਬਜਾਏ ਕਿ ਇਸ ਦੇ ਕਿ ਜੇ ਕਿਸੇ ਇੱਕ ਬੰਦੇ ਨੇ ਜਾਂ ਦੋ ਬੰਦੇ ਨੇ ਕੋਈ ਕਿਸੇ ਦੀ ਹੈਲਪ ਕੀਤੀ ਹੈ ਜਾਂ ਮਦਦ ਕੀਤੀ ਹੈ ਕਿ ਠੀਕ ਹੈ ਅਸੀਂ ਉਹਦਾ ਸ਼ੁਕਰਗੁਜ਼ਾਰ ਹੈ, ਮੰਨਦੇ ਹਾਂ ਕਿ ਉਹਨੇ ਹੈਲਪ ਕੀਤੀ ਹੈ, ਪਰ ਵੱਡੇ ਪੱਧਰ ਤੇ ਦੇਖੋ ਕੀ ਕੁਝ ਹੋਇਆ ਹੈਗਾ। ਇਹ ਦੇਖਣ ਵਾਲੀ ਗੱਲ ਹੈਗੀ ਆ। ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਕਿਤੇ ਨਾ ਕਿਤੇ ਉਹ ਸੈਂਟਰ ਦੇ ਜਾਂ ਸਟੇਟ ਦੇ ਦਬਾਅ ਹੇਠ ਹੀ ਬਣਾਈਆਂ ਜਾਂਦੀਆਂ ਨੇ, ਮੇਰਾ ਇਹ ਮੰਨਣਾ ਹੈਗਾ। ਮੈਂ ਉਹ ਫਿਲਮ ਦੇਖ ਕੇ ਮੈਨੂੰ ਇਸ ਤਰੀਕੇ ਦਾ ਮਹਿਸੂਸ ਹੋਇਆ। ਚਲੋ ਖੈਰ ਆਪਾਂ ਹੁਣ ਗੱਲ ਕਰਦੇ ਹਾਂ, 1984 ਦਾ ਜ਼ਿਕਰ ਹੋ ਰਿਹਾ ਤਾਂ ਅਮਰੀਕਾ ਦੇ ਵਿੱਚ ਕੀ ਹੋਇਆ। ਅਮਰੀਕਾ ਦੇ ਸੈਨੇਟਰ ਪੈਟ ਟੂਮੀ, ਉਹਨਾਂ ਨੇ ਸੈਨੇਟ ਦੇ ਵਿੱਚ 1984 ਸਿੱਖ ਨਸਲਕੁਸ਼ੀ ਦਾ ਮਸਲਾ ਚੱਕਿਆ ਤੇ ਬੜੀ ਗੰਭੀਰਤਾ ਨਾਲ ਉਹਨਾਂ ਨੇ ਜਿਹੜੀ ਆਪਣੀ ਤਕਰੀਰ ਕੀਤੀ ਆ ਉਹਦੇ ਵਿੱਚ ਕਿਹਾ ਕਿ ਸਭ ਤੋਂ ਕਾਲਾ ਦੌਰ ਹੈ ਜਿਹੜਾ ਭਾਰਤੀ ਮਾਡਰਨ ਆਧੁਨਿਕ ਜਿਹੜਾ ਮਾਡਰਨ ਹਿਸਟਰੀ ਆ ਭਾਰਤ ਦੀ, ਉਸ ਦਾ ਸਭ ਤੋਂ ਕਾਲਾ ਦੌਰ ਅਗਰ ਜੇ ਕੋਈ ਹੈ ਤਾਂ ਉਹ 1984 ਦੀ ਸਿੱਖ ਨਸਲਕੁਸ਼ੀ ਹੈ ਜਿਹੜੀ ਉਹ ਹੋਈ ਹੈ। ਇਹ ਅਮਰੀਕਾ ਦੇ ਵਿੱਚ ਅਮਰੀਕਨ ਸੈਨੇਟਰ ਨੇ ਪੈਟ ਟੂਮੀ ਉਹ ਜ਼ਿਕਰ ਕਰ ਰਹੇ ਨੇ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਇੱਕ ਹੋਰ ਜਿਹੜੀ ਮੈਨੂੰ ਟਿੱਪਣੀ ਉਹਨਾਂ ਦੀ ਜੋ ਲੱਗੀ ਹੈਗੀ ਹੈ, ਮੈਂ ਇੰਗਲਿਸ਼ ਤੁਹਾਨੂੰ ਹੂਬਹੂ ਪੜ੍ਹ ਕੇ ਸੁਣਾ ਦਿੰਦਾ, ਉਹਦਾ ਆਪਾਂ ਤਰਜਮਾ ਕਰ ਲਾਂਗੇ। ਉਹ ਕਹਿੰਦੇ ਨੇ ਕਿ ਟੁਡੇ ਵੀ ਆਰ ਹੇਅਰ ਟੂ ਰਿਮੈਂਬਰ ਦਾ ਟ੍ਰੈਜੇਡੀ ਦੈਟ ਕਮੈਂਸਡ ਔਨ November 1, 1984. Following decades of ethnic tension between Sikhs in the Punjab province and central Indian government, he said recently. ਉਹ ਕਹਿੰਦੇ ਕਿ ਦਹਾਕਿਆਂ ਤੋਂ, ਇਹ ਨਹੀਂ ਕਹਿ ਰਹੇ ਕਿ ਇਕੱਲਾ 1984 ਜਾਂ ਉਸ ਤੋਂ, ਕਹਿੰਦੇ ਵੀ ਦਹਾਕਿਆਂ ਤੋਂ ਸਿੱਖ ਨੇ ਜਿਹੜੇ ਉਹ ਉੱਥੇ ਦੀ ਜਿਹੜੀ ਸੈਂਟਰਲ ਪਾਵਰ ਹੈਗੀ ਹੈ ਦਿੱਲੀ ਦੇ ਵਿੱਚ, ਚਾਹੇ ਉਹ ਉਸ ਤੋਂ ਪਹਿਲਾਂ ਮੁਗਲੀਆ ਹਕੂਮਤ ਰਹੀ ਹੋਵੇ, ਅੱਜ ਦੀ ਘੜੀ ਆਪਾਂ ਲਾ ਲਈਏ ਕਿ ਜਿਹੜੀ ਸੈਂਟਰਲ ਪਾਵਰ ਹੈਗੀ ਹੈ, ਕਹਿੰਦੇ ਵੀ ਦਹਾਕਿਆਂ ਤੋਂ ਜਿਹੜਾ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਜੂਝਦੇ ਲੜਦੇ ਆ ਰਹੇ ਨੇ ਸਿੱਖ। ਇਸ ਚੀਜ਼ ਦਾ ਜ਼ਿਕਰ ਅਗਰ ਅਮਰੀਕਨ ਸੈਨੇਟਰ ਕੋਈ ਕਰ ਰਿਹਾ ਤਾਂ ਉਹ ਵਾਕਈ ਨਵਦੀਪ ਸੋਚਣ ਵਾਲੀ ਗੱਲ ਹੈ ਕਿ ਅਗਰ ਅਮਰੀਕਨ ਸੈਨੇਟਰ ਇਸ ਪੱਧਰ ਤੱਕ ਜਾ ਰਿਹਾ ਕਿ ਸਿੱਖਾਂ ਦਾ ਪੁਰਾਣਾ ਇਤਿਹਾਸ ਕੀ ਹੈ, ਕਿਸ ਤਰੀਕੇ ਨਾਲ ਮੁਗਲੀਆ ਹਕੂਮਤ ਨਾਲ ਤੇ ਹੁਣ ਮੌਜੂਦਾ ਹਕੂਮਤ ਨਾਲ ਸਿੱਖ ਲਗਾਤਾਰ ਜੱਦੋ-ਜਹਿਦ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ ਨੇ। ਅੱਜ ਕੱਲ੍ਹ ਅੰਮ੍ਰਿਤਪਾਲ ਦਾ ਵੀ ਮਸਲਾ ਬੜਾ ਭਖਿਆ ਹੋਇਆ, ਖੈਰ ਆਪਾਂ ਉਸ ਪਾਸੇ ਨਹੀਂ ਜਾਂਦੇ ਹੈਗੇ, ਪਰ ਬਹੁਤ ਚੀਜ਼ਾਂ ਦਾ ਜ਼ਿਕਰ ਕੀਤਾ ਨਵਦੀਪ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਪਿਛਲੇ 600 ਸਾਲ ਦੀ ਹਿਸਟਰੀ ਹੈ ਪੰਜਾਬ ਦੇ ਵਿੱਚ, ਸਿੱਖਾਂ ਦੀ 600 ਸਾਲ ਦੀ ਹਿਸਟਰੀ ਹੈ, ਪਿਛਲੇ 600 ਸਾਲ ਤੋਂ ਇਸ ਖਿੱਤੇ ਦੇ ਵਿੱਚ ਵਸ ਰਹੇ ਨੇ। ਕਹਿੰਦੇ ਕਿ 30 ਮਿਲੀਅਨ ਫੋਲੋਵਰ ਨੇ ਜਿਹੜੇ ਉਹ
ਇਹ ਪੈਟ ਟੂਮੀ ਦੇ ਆਪਣੇ ਲਫ਼ਜ਼ ਨੇ, ਕਹਿੰਦੇ 30 ਮਿਲੀਅਨ ਫੋਲੋਅਰਸ ਨੇ ਜਿਹੜੇ ਉਹ ਪੂਰੀ ਦੁਨੀਆ ਦੇ ਵਿੱਚ ਨੇ, 7 ਲੱਖ ਸਿੱਖ ਨੇ ਜਿਹੜੇ ਉਹ ਅਮਰੀਕਾ ਦੇ ਵਿੱਚ ਵਸਦੇ ਨੇ। ਇੱਥੋਂ ਅੱਗੇ ਉਹ ਕਹਿੰਦੇ ਕਿ ਕੋਵਿਡ-19 ਦੌਰਾਨ ਮੈਂ ਕਹਿੰਦਾ ਆਪਣੀ ਅੱਖਾਂ ਨਾਲ ਦੇਖਿਆ, ਕਹਿੰਦਾ ਇਸ ਸਿੱਖ ਕਮਿਊਨਿਟੀ ਦੇ ਵੱਲੋਂ, ਸਿੱਖ ਸਮਾਜ ਦੇ ਵੱਲੋਂ ਜਿਹੜਾ ਉਹ ਕਿੰਨੀ ਜ਼ਿਆਦਾ ਲੋਕਾਂ ਦੀ ਹੈਲਪ ਕੀਤੀ ਗਈ ਹੈ, ਗਰੋਸਰੀਜ਼ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਾਂ ਹੋਰ ਜ਼ਰੂਰੀ ਵਸਤਾਂ ਨੇ ਜਿਹੜੀਆਂ ਲੋਕਾਂ ਤੱਕ ਪੁੱਜਦਾ ਕਰਨ ਦੇ ਲਈ ਕਹਿੰਦਾ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਉਹ ਹੈਲਪ ਕੀਤੀ ਹੈ ਲੋਕਾਂ ਦੀ। ਤੇ ਨਾਲ ਦੀ ਨਾਲ ਕਿਹਾ ਕਿ ਕਹਿੰਦਾ ਅਸੀਂ ਇਸ ਕਰਕੇ ਇਸ 1984 ਸਿੱਖ ਨਸਲਕੁਸ਼ੀ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਸਾਨੂੰ ਸੇਧ ਮਿਲ ਸਕੇ। ਕਹਿੰਦਾ ਸਾਨੂੰ ਯਾਦ ਵੀ ਕਰਦੇ ਰਹਿਣਾ ਚਾਹੀਦਾ, ਜਿਹੜਾ ਕਿ ਇੱਕ ਨਾਰਾ ਸਿੱਖਾਂ ਵੱਲੋਂ ਦਿੱਤਾ ਜਾਂਦਾ ਕਿ ਨੈਵਰ ਫੋਰਗੇਟ ਨੈਵਰ ਫੋਰਗਿਵ, ਨੈਵਰ ਫੋਰਗਿਵ ਨੈਵਰ ਫੋਰਗੇਟ 1984। ਉਹ ਵੀ ਇਹ ਕਹਿੰਦਾ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ 1984 ਸਿੱਖ ਨਸਲਕੁਸ਼ੀ ਜਿਹੜੀ ਹੋਈ ਸੀਗੀ ਉਸ ਦੇ ਵਿੱਚ ਕਹਿੰਦਾ ਕਿ ਅਗਰ ਭੁੱਲਾਂਗੇ ਤਾਂ ਫਿਊਚਰ ਦੇ ਵਿੱਚ ਫੇਰ ਅਜਿਹਾ ਕੁਝ ਜਿਹੜਾ ਉਹ ਹੋ ਸਕਦਾ। ਇਸ ਚੀਜ਼ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ ਜੀ। ਬਿਲਕੁਲ, ਤੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹਰਭਜਨ ਸਿੰਘ ਬੋਲਣਾ ਕੈਨੇਡਾ ਤੋਂ ਜੀ। ਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੈਂ ਤੁਹਾਨੂੰ ਦੱਸਾਂਗਾ ਜੀ ਵੀ ਜਿਹੜੀ ਇਹ ਲੰਗੜਾ ਪੰਜਾਬੀ ਸੂਬਾ, ਪੰਜਾਬ ਦੇ ਪਾਣੀਆਂ ਤੇ ਡਾਕਾ ਤੇ ਬਲੂ ਸਟਾਰ ਆਪਰੇਸ਼ਨ ਤੇ ਦਿੱਲੀ ਦਾ 84 ਦਾ ਸਿੱਖ ਜੈਨੋਸਾਈਡ, ਇਹ ਨਫ਼ਰਤ ਸਿੱਖਾਂ ਦੇ ਖਿਲਾਫ ਰਾਤੋਂ ਰਾਤ ਪੈਦਾ ਨਹੀਂ ਹੋਈ। ਇਹਦੀਆਂ ਫਾਊਂਡੇਸ਼ਨ ਪੰਡਿਤ ਨਹਿਰੂ ਨੇ 1947 ਤੋਂ ਬਾਅਦ ਫੌਰਨ ਰੱਖ ਦਿੱਤੀਆਂ ਸਨ। ਜਦੋਂ ਪੰਡਿਤ ਨਹਿਰੂ ਨੇ ਆਖਿਆ ਨਾ ਸਾਰੇ ਸੂਬੇ ਬਣਾ ਦਿੱਤੇ ਤੇ ਪੰਜਾਬੀ ਸੂਬੇ ਵਾਰੀ ਆਂਦਾ ਸੀ ਕਿ ਮੈਂ ਸਿਵਲ ਵਾਰ ਨੂੰ ਤਰਜੀਹ ਦਿਆਂਗਾ ਸੂਬਾ ਬਣਾਉਣ ਨਾਲੋਂ। ਤੇ ਪ੍ਰਤਾਪ ਸਿੰਘ ਕੈਰੋਂ ਨੇ ਬਿਆਨ ਦੇ ਦਿੱਤਾ ਕਿ ਪੰਜਾਬੀ ਸੂਬਾ ਮਾਸਟਰ ਤਾਰਾ ਸਿੰਘ ਪਾਕਿਸਤਾਨ ਤੇ ਅਮਰੀਕਾ ਦੇ ਏਜੰਟ ਨੇ ਤੇ ਇਹ ਪੰਜਾਬੀ ਸੂਬਾ ਬਣਾ ਕੇ ਮੁਲਕ ਦੇ ਟੁਕੜੇ ਕਰਨੇ ਚਾਹੁੰਦੇ ਨੇ ਤੇ ਅਸੀਂ ਪੰਜਾਬੀ ਸੂਬਾ ਨਹੀਂ ਬਣਨ ਦੇਵਾਂਗੇ, ਮੇਰੀ ਲਾਸ਼ ਤੇ ਬਣੇਗਾ। ਤੇ ਪੰਡਿਤ ਨਹਿਰੂ ਨੇ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ। ਅੱਛਾ ਜੀ, ਉਹ ਦਰਬਾਰਾ ਸਿੰਘ ਨੇ ਆਖਿਆ ਵੀ ਇਹ ਤੇ ਸਿੱਖਾਂ ਨੂੰ ਗਾਲਾਂ ਕੱਢ ਕੇ ਤੇ ਮੁੱਖ ਮੰਤਰੀ ਬਣ ਗਿਆ ਤੇ ਮੈਂ ਪਿੱਛੇ ਰਹਿ ਗਿਆ। ਹੂ ਉਹਨੇ ਵੀ ਇਹੋ ਬਿਆਨ ਦੇ ਦਿੱਤਾ ਤੇ ਪੰਡਿਤ ਨਹਿਰੂ ਨੇ ਉਹਨੂੰ ਵੀ ਵੱਡੀ ਕੁਰਸੀ ਤੇ ਬਿਠਾ ਦਿੱਤਾ। ਤੇ ਇਸ ਕਰਕੇ ਫਿਰ ਪਰੰਪਰਾ ਬਣ ਗਈ ਇੰਡੀਆ 'ਚ ਕਿ ਜਿਹੜਾ ਵੀ ਸਿੱਖ ਕਿਸੇ ਨੇ ਕੁਝ ਵੱਡੀ ਕੁਰਸੀ ਤੇ ਬਹਿਣਾ ਹੁੰਦਾ ਸੀ ਨਾ, ਉਹ ਸਿੱਖਾਂ ਨੂੰ ਗਾਲਾਂ ਕੱਢਣ ਲੱਗ ਪੈਂਦਾ ਸੀ ਤੇ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ। ਤੇ ਪੰਡਿਤ ਨਹਿਰੂ ਨੇ ਇੱਥੇ ਹੀ ਬਸ ਨਹੀਂ ਕੀਤੀ, ਪੰਜਾਬ ਦੇ ਹਿੰਦੂਆਂ ਨੂੰ ਉਕਸਾਇਆ ਕਿ ਤੁਸੀਂ ਆਪਣੀ ਜ਼ਬਾਨ ਹਿੰਦੀ ਲਿਖਾਓ। ਤੇ ਜਦੋਂ ਪੰਜਾਬੀ ਸੂਬਾ ਬਣਾਉਣਾ ਪੈ ਗਿਆ ਤੇ ਤਦੇ ਉਹ ਪੰਜਾਬੀ ਇਲਾਕੇ ਵੀ ਤੇ ਚੰਡੀਗੜ੍ਹ ਪੰਜਾਬ ਤੋਂ ਬਾਹਰ ਚਲੇ ਗਏ ਕਿ ਉੱਥੋਂ ਦੇ ਹਿੰਦੂਆਂ ਨੇ ਪੰਡਿਤ ਨਹਿਰੂ ਆਖੇ ਲੱਗ ਕੇ ਤੇ ਹਿੰਦੀ ਲਿਖਾਈ ਸੀ। ਹਾਂਜੀ, ਤੇ ਹਾਲੀ ਇੱਥੇ ਹੀ ਬਸ ਨਹੀਂ। ਵੇਖੋ ਪੰਡਿਤ ਨਹਿਰੂ ਤੇ ਇੰਨਾ ਹੰਕਾਰਿਆ ਗਿਆ ਸੀ ਨਾ ਬੀਬਾ ਜੀ ਕਿ ਉਹ ਤੇ ਜ਼ਮੀਨ ਤੇ ਤੁਰਦਾ ਨਹੀਂ ਸੀ, ਉਹ ਤੇ ਸਮਾਨ ਤੇ ਉੱਡਿਆ ਫਿਰਦਾ ਸੀ। ਉਹਦੇ ਚਾਈਨਾ ਨੇ ਹਮਲਾ ਕੀਤਾ ਤੇ ਉਹ ਜ਼ਮੀਨ ਤੇ ਆਇਆ ਸੀ ਜੇ। ਤੇ ਤੁਸੀਂ ਵੇਖੋ ਨਾ ਵੀ ਸ਼ੇਖ ਅਬਦੁੱਲਾ ਨੂੰ 11 ਸਾਲ ਹੋ ਗਏ ਸਨ ਜੇਲ੍ਹ 'ਚ। ਜਦੋਂ ਚਾਈਨਾ ਨੇ ਹਮਲਾ ਕੀਤਾ ਤੇ ਪੰਡਿਤ ਜੀ ਨੂੰ ਆਤਮਕ ਗਿਆਨ ਹੋ ਗਿਆ ਤੇ ਰਾਤ ਨੂੰ ਚਾਈਨਾ ਨੇ ਹਮਲਾ ਕੀਤਾ ਤੇ ਦਿਨੇ ਪੰਡਿਤ ਜੀ ਨੇ ਲਾਲ ਬਹਾਦਰ ਸ਼ਾਸਤਰੀ ਨੂੰ ਉੱਥੇ ਕਰ ਲਿਆ, ਉੱਥੇ ਸ੍ਰੀਨਗਰ ਵੀ ਉਹਨੂੰ ਛੱਡ ਦਿੱਤਾ ਤੇ ਸਾਰੇ ਮੁਕੱਦਮੇ ਵਾਪਸ ਲੈ ਲਏ ਉਹਦੇ ਤੇ। ਜੇ ਨਾ ਕਰਦਾ ਚਾਈਨਾ ਹਮਲਾ ਤੇ ਸ਼ੇਖ ਅਬਦੁੱਲਾ ਨੇ ਸਾਰੀ ਉਮਰ ਹੀ ਜੇਲ੍ਹ 'ਚ ਰਹਿਣਾ ਸੀ। ਫਿਰ ਤੁਸੀਂ ਪੰਡਿਤ ਨਹਿਰੂ ਦਾ ਰਿਕਾਰਡ ਵੇਖੋ ਨਾ, ਇਹਨੇ ਖਾਨ ਅਬਦੁਲ ਗਫਾਰ ਖਾਨ ਨਾਲ ਵਿਸ਼ਵਾਸਘਾਤ ਕੀਤਾ, ਮਾਸਟਰ ਤਾਰਾ ਸਿੰਘ ਨਾਲ ਕੀਤਾ, ਸ਼ੇਖ ਅਬਦੁੱਲਾ ਨਾਲ ਕੀਤਾ। ਰੈਕਟ ਤੇ ਪੰਡਿਤ ਜੀ ਦਾ ਬੜਾ ਮਾੜਾ ਹੈ ਤੇ ਇੰਡੀਅਨ ਪ੍ਰੈਸ ਉਹਨਾਂ ਨੂੰ ਆਂਦੀ ਸੀ ਵੀ ਇਹਨਾਂ ਦੀ ਸਾਰੀ ਦੁਨੀਆ 'ਚ ਇੱਜ਼ਤ ਬੜੀ ਹੈ ਤੇ ਇੰਡੀਆ 'ਚ ਵੀ ਬੜੀ ਇੱਜ਼ਤ ਹੈ। ਤੇ ਇੱਜ਼ਤ ਦਾ ਉਹ ਭਾਂਡਾ ਉਹਦਾ ਉਦੋਂ ਭੱਜਾ ਜਦੋਂ ਉਹਦੇ ਫਿਊਨਰਲ ਤੇ ਕਿਸੇ ਮੁਲਕ ਦਾ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨਹੀਂ ਆਇਆ, ਸਾਰਿਆਂ ਨੇ ਮਾਮੂਲੀ ਆਦਮੀ ਘੱਲ ਦਿੱਤੇ। ਸਿਰਫ ਇੱਕੋ ਇੱਕ ਪ੍ਰਾਈਮ ਮਿਨਿਸਟਰ ਬਰਤਾਨੀਆ ਦਾ ਆਇਆ ਸਜੇ, ਉਦੋਂ ਇਹਦੀ ਇੱਜ਼ਤ ਦਾ ਭਾਂਡਾ ਭੱਜਾ। ਤੇ ਉਦੋਂ ਬਾਅਦ ਜਨਰਲ ਡੀ ਗੌਲ ਮਰਿਆ ਤੇ ਜੀ ਉਹਦੇ ਫਿਊਨਰਲ ਤੇ ਸਾਰੇ ਦੁਨੀਆ ਦੇ ਪ੍ਰਾਈਮ ਮਿਨਿਸਟਰ, ਕਿੰਗਸ ਤੇ ਪ੍ਰੈਜ਼ੀਡੈਂਟ ਆਏ ਸਜੇ। ਤੇ ਇੰਡੀਅਨ ਪ੍ਰੈਸ ਆਂਦੀ ਸੀ ਜੀ ਪੰਡਿਤ ਜੀ ਦੀ ਤੇ ਬਾਹਰ ਦੀ ਦੁਨੀਆ 'ਚ ਇੱਜ਼ਤ ਬੜੀ ਹੈ, ਉਹ ਤੇ ਦੇਵਤਾ ਹੈ, ਭਗਵਾਨ ਰਾਮ ਦੀ ਰੂਹ ਹੈ ਉਹਦੇ ਤੇ ਭਗਵਾਨ ਕ੍ਰਿਸ਼ਨ ਦੀ ਰੂਹ ਹੈ। ਜੀ ਜੀ, ਹਰਭਜਨ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ, ਆਨਰ ਹੋ ਤੁਸੀਂ, ਸਵਾਗਤ ਹੈ ਜੀ ਤੁਹਾਡਾ। ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦਿਓ ਜੀ। ਜੀ ਗੁਪਤਾ ਗੇਨ। ਹਾਂਜੀ ਗੁਪਤਾ ਜੀ, ਮੈਂ ਕਹਿੰਦਾ ਕਿ ਅਮਰੀਕਾ ਲੜਦਾ ਯੂਕਰੇਨ में देखो, रशिया यूक्रेन लड़ा ते अफगानिस्तान लड़ा ते इंडिया में सिख हिंदू लड़ाएगा। उनका विश्वास लायक नहीं है। डू नॉट बिलीव अमेरिका। थैंक यू जी।
बहुत बहुत धन्यवाद तुसीं साडे नाल जुड़े। अगले कॉलर दे नाल भी बनांगे जी। सत श्री अकाल, स्वागत है तुहाडा। कॉल है जिहड़ी ओह ड्रॉप हो गई है। तां बहुत कुछ है जिहड़ा कहना बाकी है, बहुत कुछ है जिहड़ा करना बाकी है। सरकारां दे मूँह वल लोग देखते ने, पर उत्ते ही जे गल आ जांदी है सिख कम्यूनिटी दी तां वाकई ही दाद देनी बनती है। वाकई ही अजिहियां संस्थावां सिख कम्यूनिटी वालों बनाईयां गईयां ने जो सिर्फ पंजाब दे विच नहीं, सिर्फ भारत दे विच नहीं, सिर्फ कैनेडा या अमेरिका दे विच ही नहीं, उत्थे जिथे लोग बिल्कुल भी इन्हां नूं पसंद नहीं करते। पसंद तां खैर पंजाब ते भारत दे विच भी बहुत घट कीता जांदा, इत्थे भी उन्हां नूं निशाना ही बनाया जांदा। उत्थों तक जाके लोकां दी मदद करते ने, उत्थों तक जाके लोकां दे तक भोजन पहुँचाउंदे ने, पानी पहुँचाउंदे ने, कपड़े पहुँचाउंदे ने, पर फिर भी पता नहीं क्यों सरकारां नूं इह रास नहीं आउंदे। बिल्कुल नवदीप, ਇਹ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਔਖੇ ਵੇਲੇ ਨੇ ਜਿਹੜੇ ਉਹ ਚਾਹੇ ਖਾਲਸਾ ਏਡ ਦਾ ਜ਼ਿਕਰ ਹੋਵੇ, ਪਰ ਦੇਖਿਆ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿ ਖਾਲਸਾ ਏਡ ਦੇ ਉੱਪਰ ਵੀ ਕਿਸ ਤਰੀਕੇ ਦੀਆਂ ਪਾਬੰਦੀਆਂ ਇੰਡੀਅਨ ਗਵਰਨਮੈਂਟ ਵੱਲੋਂ ਲਗਾਈਆਂ ਗਈਆਂ। ਮਾਣ ਨਹੀਂ ਮਹਿਸੂਸ ਕੀਤਾ ਗਿਆ ਕਿ ਖਾਲਸਾ ਏਡ ਕਿਤੇ ਨਾ ਕਿਤੇ ਉਹ ਲੋਕ ਨੇ ਜਿਹੜੇ ਭਾਰਤ ਦੇ ਨਾਲ ਜੁੜੇ ਹੋਏ ਨੇ, ਭਾਰਤ ਨੂੰ ਹੀ ਬਿਲੋਂਗ ਕਰਦੇ ਨੇ, ਚਾਹੇ ਰਵੀ ਸਿੰਘ ਖਾਲਸਾ ਏਡ ਵਾਲੇ ਹੋਣ ਜਾਂ ਹੋਰ ਅਮਨਪ੍ਰੀਤ ਸਿੰਘ ਹੋਣ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਵੱਡੇ ਪੱਧਰ ਤੇ ਦੁਨੀਆ ਤੇ ਜਿਹੜਾ ਉਹ ਰਾਹਤ ਕਾਰਜਾਂ ਨੂੰ ਅੰਜਾਮ ਦਿੰਦੀਆਂ ਨੇ। ਚਾਹੇ ਸੀਰੀਆ ਦੀ ਗੱਲ ਹੋਵੇ, ਆਪਾਂ ਦੇਖਿਆ ਕਿ ਖਾਲਸਾ ਏਡ ਨੇ ਵੱਡੇ ਪੱਧਰ ਤੇ ਸੀਰੀਆ ਦੇ ਵਿੱਚ, ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਕੋਈ ਕੁਦਰਤੀ ਆਫਤ ਆਉਂਦੀ ਹੈ ਜਾਂ ਕੋਈ ਜੰਗ ਦੇ ਵਿੱਚ ਵੀ ਬਿਲਕੁਲ ਮਦਦ ਕਰਦੇ ਹੋਏ ਨਜ਼ਰ ਆਏ ਨੇ। ਪਰ ਅਜੀਬ ਗੱਲ ਹੈ ਕਿ ਭਾਰਤੀ ਹਕੂਮਤ ਨੇ ਕਦੇ ਵੀ ਇਸ ਚੀਜ਼ ਨੂੰ ਨੋਟਿਸ ਨਹੀਂ ਕੀਤਾ, ਬਲਕਿ ਕ੍ਰਿਟਿਸਾਈਜ਼ ਕਰਨ ਦੇ ਵਿੱਚ ਰੋਲ ਜ਼ਿਆਦਾ ਅਦਾ ਕੀਤਾ। ਮੈਨੂੰ ਲੱਗਦਾ ਕਿ ਸਿੱਖਾਂ ਦੀ ਇਹੀ ਨਾਰਾਜ਼ਗੀ ਜਿਹੜੀ ਆ ਉਹ ਹਮੇਸ਼ਾ ਤੋਂ ਰਹੀ ਹੈ ਕਿ ਜਿਹੜਾ ਕਿ ਚੰਗਾ ਕੰਮ ਵੀ ਉਹਨਾਂ ਦਾ ਮੰਦਾ ਕਰਕੇ ਪੇਸ਼ ਕੀਤਾ ਜਾਂਦਾ ਕਿ ਸਾਡੇ ਕਾਲਰ ਵੀ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਨੇ ਕਾਫੀ ਖੈਰ ਲੰਬਾ ਚੌੜਾ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕੀਤਾ। ਔਰ ਹੁਣ ਤਾਂ ਇਹ ਤੱਥ ਨਵਦੀਪ ਆਮ ਚਰਚਾਵਾਂ ਨੇ ਕਿ 47 ਵੇਲੇ ਕੀ ਵਾਅਦੇ ਕੀਤੇ ਗਏ ਸੀ, ਬਾਅਦ ਚੋਂ ਵਾਅਦੇ ਜਿਹੜੇ ਵਫਾ ਨਹੀਂ ਹੋਏ ਹੈਗੇ, ਨਹੀਂ ਕੀਤੇ ਗਏ, ਕਿਸ ਤਰੀਕੇ ਦੀ ਡਿਸਅਪੁਆਇੰਟਮੈਂਟ ਉਸ ਵੇਲੇ ਸਿੱਖ ਕਮਿਊਨਿਟੀ ਸੀਗੀ। ਇਹ ਤਮਾਮ ਗੱਲਾਂ ਹੁਣ ਤਾਂ ਆਮ ਚਰਚਾ ਦਾ ਵਿਸ਼ਾ ਬਣਦੀਆਂ ਨੇ, ਨੌਜਵਾਨਾਂ ਦੇ ਵਿੱਚ ਚਰਚਾ ਹੁੰਦੀ ਹੈ ਜਾਂ ਨੈੱਟ ਦੇ ਉੱਪਰ ਇਸ ਚੀਜ਼ ਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ। ਸੋ 1984 ਦਾ ਜ਼ਿਕਰ ਪੈਟ ਟੂਮੀ ਉਹਨਾਂ ਨੇ ਵੀ ਕੀਤਾ ਹੈਗਾ। ਔਰ ਅੱਛੀ ਗੱਲ ਹੈ ਅਗਰ US ਦੇ ਵਿੱਚ ਇੱਕ ਉਹ ਲੋਕ ਜਿਹੜੇ ਸਾਡੇ ਕਲਚਰ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਬਹੁਤਾ ਜ਼ਿਆਦਾ ਸਮਝਦੇ ਨਹੀਂ ਹੈਗੇ, ਉਹ ਇੱਕ ਅਲੱਗ ਦੁਨੀਆ ਤੋਂ ਹੈਗੇ ਨੇ, ਪਰ ਉਹ ਇਹ ਮਹਿਸੂਸ ਕਰਦੇ ਨੇ ਕਿ ਸਿੱਖ ਜਿਹੜੇ ਨੇ ਕਿੰਨਾ ਉਹਨਾਂ 'ਚ ਜਨਰੋਸਿਟੀ ਹੈਗੀ ਹੈ, ਕਿੰਨਾ ਪੀਸ ਲਵਿੰਗ ਪੀਪਲ ਹੈਗੇ ਨੇ, ਕਿੰਨਾ ਹੈਲਪਫੁਲ ਹੈਗੇ ਨੇ, ਔਰ ਸਾਰੀਆਂ ਚੀਜ਼ਾਂ। ਔਰ ਨਵਦੀਪ ਕਈ ਐਂਗਲ ਹੁੰਦੇ ਨੇ, ਅਸੀਂ ਸ਼ਾਇਦ ਕੈਮਰੇ ਅੱਗੇ ਵੀ ਚੀਜ਼ਾਂ ਨਹੀਂ ਕਹਿ ਸਕਦੇ ਹੈਗੇ, ਬਟ ਇਹ ਜਦੋਂ ਚੀਜ਼ਾਂ ਹੁੰਦੀਆਂ ਨੇ ਇਹਦੇ ਪਿੱਛੇ ਇੰਟਰਨੈਸ਼ਨਲ ਵੀ ਕਈ ਐਂਗਲ ਹੁੰਦੇ ਨੇ। ਤੁਸੀਂ ਦੇਖਿਆ ਕਿ ਯੂਕਰੇਨ ਦੇ ਮਸਲੇ ਦੇ ਉੱਪਰ, ਯੂਕਰੇਨ ਦਾ ਜਿਹੜਾ ਮਸਲਾ, ਯੂਕਰੇਨ ਦੇ 15% ਹਿੱਸੇ ਦੇ ਉੱਪਰ ਰਸ਼ੀਆ ਨੇ ਕਬਜ਼ਾ ਕਰ ਲਿਆ। UN ਦੇ ਵਿੱਚ ਰੈਜ਼ੋਲੂਸ਼ਨ ਜਿਹੜਾ ਉਹ ਆਇਆ ਸੀਗਾ ਕਿ ਇਹ ਜਿਹੜਾ ਕਬਜ਼ਾ ਗਲਤ ਹੈਗਾ। ਇਸ ਦੇ ਉੱਪਰ ਇੰਡੀਆ, ਚਾਈਨਾ ਤੇ ਬ੍ਰਾਜ਼ੀਲ ਇਹ ਤਿੰਨੇ ਐਬਸੈਂਟ ਰਹੇ ਨੇ। ਇਹਨਾਂ ਨੇ ਨਾ ਤਾਂ ਰਸ਼ੀਆ ਦੇ ਖਿਲਾਫ ਵੋਟ ਪਾਈ ਹੈ, ਨਾ ਰਸ਼ੀਆ ਦੇ ਪੱਖ ਦੇ ਵਿੱਚ ਵੋਟ ਪਾਈ ਹੈਗੀ ਹੈ। ਤਾਂ ਕਈ ਚੀਜ਼ਾਂ ਹੁੰਦੀਆਂ ਨੇ ਨਵਦੀਪ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਵੀ, ਜੀਓ ਪੋਲਿਟਿਕਸ ਦੇ ਉੱਪਰ ਵੀ ਬਹੁਤ ਵੱਡਾ ਅਸਰ ਰੱਖਦੀਆਂ ਨੇ। ਜੋ ਪੈਟ ਟੂਮੀ ਉਹਨਾਂ ਨੇ ਗੱਲ ਕਹੀ ਹੈ, ਮੈਂ ਇਸ ਨੂੰ ਉਸ ਦੇ ਨਾਲ ਵੀ ਜੋੜ ਸਕਦਾ। ਜੀ ਬਿਲਕੁਲ। ਤੇ ਬਲਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਆਪਣਾ ਪੱਖ ਰੱਖਦੇ ਹੋ। ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਤੋਂ ਵੀ ਸੁਣਨ ਨੂੰ ਮਿਲਦੀਆਂ ਨੇ, ਚੰਗੇ ਸੁਝਾਅ ਜਿਹੜੇ ਤੁਹਾਡੇ ਵੱਲੋਂ ਦਿੱਤੇ ਜਾਂਦੇ ਨੇ। ਕੋਸ਼ਿਸ਼ ਕਰਦੇ ਹਾਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਵਧੀਆ ਸਲੀਕੇ ਦੇ ਨਾਲ ਤੁਹਾਨੂੰ ਦਿੱਤੇ ਜਾਣ। ਸੋ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖਣ ਕਨਿਓ ਰਹਿ ਜਾਂਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਫੇਸਬੁੱਕ ਤੇ YouTube ਦੇ ਜ਼ਰੀਏ ਤੁਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਵੇਖ ਸਕਦੇ ਹੋ ਤੇ ਤੁਹਾਡਾ ਸਵਾਲ ਜਾਂ ਸੁਝਾਅ ਹੁੰਦਾ ਉੱਥੇ ਵੀ ਰੱਖ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫ਼ਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।